ਝੂਠ ਨਾ ਬੋਲ ਪਾਂਡੇ, ਸੱਚ ਕਹੀਏ। ਹਉਮੈ ਜਾਏ, ਸ਼ਬਦ ਕਰ ਲਈਏ। ਇਹਨਾਂ ਪੰਕਤੀਆਂ ਦੇ ਜ਼ਰੀਏ ਜੋ ਗੁਰੂ ਮਹਾਰਾਜ ਜੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੇ ਗੱਲ ਕੀਤੀ ਉਹਨਾਂ ਦੇ ਨਾਲ ਜੋ ਕਿਸੇ ਵੀ ਧਰਮ ਦੇ ਸੇਵਾਦਾਰ ਨੇ, ਜੋ ਕਿਸੇ ਧਰਮ ਦੇ ਨਾਲ ਜੁੜੇ ਤੇ ਪੂਰਬਲੇ ਕਰਮ ਤੇ ਇਸ ਜਨਮ ਦੀ ਮਿਹਨਤ ਦੇ ਨਾਲ ਉਹਨਾਂ ਨੂੰ ਕਿਸੇ ਵੀ ਗੁਰੂ ਘਰ ਦੀ ਜੋ ਸੇਵਾਦਾਰੀ ਮਿਲੀ, ਉਹ ਸੇਵਾਦਾਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਜੋ ਸੇਵਾਦਾਰ ਹੋਏ ਔਰ ਉਹ ਸੇਵਾਦਾਰਾਂ ਨੇ ਜੋ ਆਪਣੇ ਜੀਵਨ ਕਾਲ ਦੇ ਵਿੱਚ ਉਸ ਸੇਵਾ ਦੇ ਦੌਰਾਨ ਜੋ ਗਲਤੀਆਂ ਕਰਨੀਆਂ ਸ਼ੁਰੂ ਕੀਤੀਆਂ ਜਾਂ ਜੋ ਗਲਤੀਆਂ ਕੀਤੀਆਂ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਝੂਠ ਨਾ ਬੋਲ। ਉਹ ਜੋ ਸੱਚ ਹੈ ਉਸ ਰੱਬ ਦੇ ਘਰ ਦਾ, ਉਹ ਜੋ ਸੱਚ ਹੈ ਉਸ ਧਰਮ ਦਾ, ਜਿਸ ਧਰਮ ਦੇ ਨਾਲ ਕੋਈ ਸੇਵਾਦਾਰ ਜੁੜਿਆ ਤੇ ਸੇਵਾ ਕਰਨ ਲੱਗਿਆ, ਉਹ ਜਦੋਂ ਉਸ ਰੱਬ ਦੇ ਘਰ ਦੇ ਨਾਲ ਤੇ ਉਸ ਧਰਮ ਦੇ ਨਾਲ ਝੂਠ ਬੋਲਣ ਲੱਗੇ, ਮਨਮਤੀਏ ਹੋ ਗਏ, ਆਪਣੀ ਮਰਜ਼ੀ ਦੇ ਨਾਲ ਜਦੋਂ ਉਹ ਜੋ ਜੀਵ ਉਸ ਸੇਵਾਦਾਰ ਦੇ ਸਮਕਸ਼ ਨਿਰਭਰ ਹੋ ਗਏ, ਡਿਪੈਂਡੈਂਟ ਹੋ ਗਏ, ਤੇ ਉਹਨਾਂ ਦੀ ਗੱਲ ਸੁਣ ਕੇ ਆਪਣੇ ਜੀਵਨ ਦੇ ਵਿੱਚ ਉਹ ਰੱਬ ਦੇ ਮਾਰਗ 'ਚ ਜਾਂ ਉਸ ਧਰਮ ਦੇ ਜ਼ਰੀਏ ਉਸ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਤੁਰ ਪਏ। ਹੁਣ ਉਹ ਜੋ ਰੱਬ ਪਾਣਾ ਚਾਹੁੰਦੇ ਨੇ ਜਾਂ ਉਹ ਜੋ ਕਿਸੇ ਧਰਮ ਨਾਲ ਜੁੜ ਗਏ, ਉਹ ਜੀਵ ਕਿਸੇ ਨਾ ਕਿਸੇ ਆਸ ਦੇ ਨਾਲ ਜੁੜਦੇ ਨੇ ਔਰ ਕਿਸੇ ਨਾ ਕਿਸੇ ਰੂਪ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹ ਰੱਬ ਪਾਣਾ ਤੇ ਚਾਹੁੰਦੇ ਨੇ, ਰੱਬ ਨੂੰ ਮਿਲਣਾ ਤੇ ਚਾਹੁੰਦੇ ਨੇ, ਰੱਬ ਦੇ ਨਾਲ ਕੋਈ ਨਾ ਕੋਈ ਲਗਾਵ ਤੇ ਰੱਖਦੇ ਨੇ। ਪਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਜੋ ਸੇਵਾਦਾਰ ਨੇ, ਉਹ ਜਿਨ੍ਹਾਂ ਨੂੰ ਨੌਕਰੀ ਮਿਲੀ ਉਸ ਸੇਵਾ ਕਰਨ ਦੀ, ਉਹ ਸੇਵਾਦਾਰਾਂ ਨੇ ਜਦੋਂ ਉਸ ਸੱਚਾਈ ਨੂੰ ਹੇਰ ਫੇਰ ਕਰਕੇ ਉਹਨਾਂ ਜੀਵਾਂ ਦੇ ਵਿੱਚ ਉਹ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਤਰੀਕੇ ਨਾਲ ਉਹ ਜੋ ਆਮ ਜੀਵ ਸਾਡੇ ਵਰਗੇ ਰੱਬ ਨੂੰ ਪਾਣਾ ਚਾਹੁੰਦੇ ਜਾਂ ਕਿਸੇ ਗੁਰੂ ਘਰ ਨਾਲ ਜੁੜੇ, ਉਹਨਾਂ ਨੂੰ ਜਿਹੋ ਜਿਹੀਆਂ ਗੱਲਾਂ ਉਸ ਸੇਵਾਦਾਰ, ਉਹ ਜੋ ਨੌਕਰੀ ਕਰ ਰਿਹਾ ਹੈ ਕਿਸੇ ਵੀ ਰੂਪ ਦੇ ਵਿੱਚ, ਉਹਨੇ ਜਿਹੋ ਜਿਹੇ ਤਰੀਕੇ ਨਾਲ ਉਹ ਗੱਲਾਂ ਸਮਝਾਉਣੀਆਂ ਸ਼ੁਰੂ ਕੀਤੀਆਂ, ਉਹ ਜੀਆ ਜੰਤ ਉਹੀ ਗੱਲ ਮੰਨ ਕੇ ਤੁਰ ਪਏ। ਜੋ ਸੱਚਾਈ ਹੈਗੀ ਆ ਉਸ ਰੱਬ ਨੂੰ ਪਾਉਣ ਦੀ, ਉਹ ਰੱਬ ਦੇ ਘਰ ਦੀ ਜਦੋਂ ਤੋਂ ਸਤਿਯੁਗ ਸ਼ੁਰੂ ਹੋਇਆ, ਇਹੀ ਗੱਲ ਹੈਗੀ ਕਿ ਰੱਬ ਇੱਕ ਹੈ ਔਰ ਉਸ ਰੱਬ ਨੂੰ ਪਾਉਣ ਵਾਸਤੇ ਸਿਮਰਨ ਕਰਨਾ ਪਏਗਾ ਔਰ ਉਹ ਸਿਮਰਨ ਦੇ ਜ਼ਰੀਏ ਉਸ ਰੱਬ ਦੀ ਪ੍ਰਾਪਤੀ ਕਰ ਲਈ ਜਾਏ ਔਰ ਉਸ ਰੱਬ ਦੀ ਪ੍ਰਾਪਤੀ ਦੇ ਵਿੱਚ ਹੀ ਜੋ ਇਹ ਜੀਵ ਆਤਮਾ ਹੈਗੀ ਹੈ, ਇਹਦੀ ਸੰਪੂਰਨਤਾ ਹੋਏਗੀ। ਇਹ ਹੈ ਸੱਚਾਈ ਉਸ ਰੱਬ ਦੇ ਘਰ ਦੀ ਸਾਡੇ ਵਰਗੇ ਮਨੁੱਖਾਂ ਦੇ ਲਈ। ਤੇ ਕਦੋਂ ਇਸ ਸਤਯੁਗ ਤੋਂ ਇਹ ਦੁਨੀਆਦਾਰੀ ਸ਼ੁਰੂ ਹੋਈ, ਸਤਯੁਗ ਤੋਂ ਬਾਅਦ ਤ੍ਰੇਤਾ ਆ ਗਿਆ, ਤ੍ਰੇਤੇ ਤੋਂ ਬਾਅਦ ਦੁਆਪਰ ਆ ਗਿਆ, ਦੁਆਪਰ ਤੋਂ ਬਾਅਦ ਕਲਯੁਗ ਆ ਗਿਆ। ਇਹ ਸਤਯੁਗ ਤੋਂ ਜਿਹੜੀ ਗੱਲ ਸੱਚਾਈ ਦੀ ਸ਼ੁਰੂ ਹੋਈ ਸੀ, ਅੱਜ ਕਲਯੁਗ ਤੱਕ ਪਹੁੰਚਦੇ ਪਹੁੰਚਦੇ ਇਹ ਸੰਪੂਰਨਤਾ ਬਦਲ ਗਈ, ਸੰਪੂਰਨਤਾ ਬਦਲ ਗਈ। ਅੱਜ ਉਹ ਰੱਬ ਦੇ ਘਰ ਦੀ ਸੱਚਾਈ, ਉਹ ਜੋ ਗੁਰੂ ਘਰਾਂ ਦੀ ਸੱਚਾਈ, ਉਹ ਕਿਸੇ ਵੀ ਜਗ੍ਹਾ ਤੇ ਅੱਜ ਸੰਪੂਰਨਤਾ ਸੱਚ ਨਹੀਂ ਮਿਲ ਰਹੀ। ਤੇ ਇਹ ਕਿਉਂ ਸੱਚਾਈ ਝੂਠ ਹੋ ਗਈ? ਉਹ ਜੋ ਜੀਵ ਪਾਣਾ ਚਾਹ ਰਹੇ ਨੇ ਰੱਬ ਦੇ ਨਾਂ ਤੇ ਗੁਰੂ ਘਰਾਂ 'ਚ ਜਾ ਕੇ, ਉਹ ਉਸ ਚੀਜ਼ ਦੀ ਪ੍ਰਾਪਤੀ ਕਿਉਂ ਨਹੀਂ ਕਰ ਪਾ ਰਹੇ? ਕਾਰਨ ਇਹੀ ਹੈ ਕਿ ਉਹਨਾਂ ਨੂੰ, ਸਾਡੇ ਵਰਗੇ ਜੀਵਾਂ ਨੂੰ, ਉਹ ਸੱਚਾਈ ਤੋਂ ਦੂਰ ਕੀਤਾ ਜਾਂਦਾ ਹੈ। ਸੱਚਾਈ ਇਹੀ ਕਿ ਰੱਬ ਜੋ ਹੈ ਉਹ ਸੱਚ ਹੈ ਔਰ ਇਹ ਜੀਵ ਆਤਮਾ ਉਹਦਾ ਅੰਸ਼ ਹੈ, ਉਹਦਾ ਹਿੱਸਾ ਹੈ, ਤੇ ਇਸ ਜੀਵ ਆਤਮਾ ਨੂੰ ਉਸ ਪਰਮ ਆਤਮਾ ਦੇ ਵਿੱਚ ਵਿਲੀਨ ਹੋਣਾ ਹੈ ਤੇ ਸੱਚਾਈ
ਉਹ ਸੱਚਾਈ ਦਾ ਹਿੱਸਾ ਬਣ ਜਾਣਾ ਹੈ। ਹੁਣ ਅਗਰ ਕਿਸੇ ਗੁਰੂ ਘਰ ਦੇ ਵਿੱਚ ਕੋਈ ਜੀਵ ਗਏ, ਉੱਥੇ ਜੋ ਸੇਵਾਦਾਰ ਹੈ, ਜੋ ਸੇਵਾ ਕਰ ਰਿਹਾ ਹੈ, ਉਹ ਜੇ ਉਹ ਜੀਵਾਂ ਨੂੰ ਭਰਮਾਂ ਦੇ ਵਿੱਚ ਪਾਉਣ ਲੱਗ ਜਾਵੇ, ਉਹ ਉਹਨਾਂ ਨੂੰ ਉਸ ਰੱਬ ਦਾ ਭੌ ਦਿਖਾਉਣ ਲੱਗ ਜਾਵੇ, ਡਰ ਪਾਉਣ ਲੱਗ ਜਾਵੇ, ਤੇ ਉਹ ਜੀਵ ਰੱਬ ਨੂੰ ਪਾਉਣ ਦੇ ਬਜਾਏ ਉਸ ਰੱਬ ਦੇ ਨਾਲ ਰਿਸ਼ਤਾ ਰੱਖਣਗੇ ਡਰ ਵਾਲਾ। ਜੇ ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਸਾਡਾ ਇਹ ਨੁਕਸਾਨ ਹੋ ਜਾਏਗਾ, ਇਹ ਨਹੀਂ ਕਰਾਂਗੇ ਤਾਂ ਇਹ ਨੁਕਸਾਨ ਹੋ ਜਾਏਗਾ। ਕਿਸੇ ਜੀਵ ਨੇ ਭਰਮਾਂ ਭੁਲੇਖਾਂ ਦੇ ਵਿੱਚ, ਅੰਧ ਵਿਸ਼ਵਾਸ ਦੇ ਵਿੱਚ ਪਾਇਆ, ਆਡੰਬਰਾਂ ਦੇ ਵਿੱਚ ਪਾ ਦਿੱਤਾ ਕਿ ਇਹ ਕਰੋ ਤੇ ਇਸ ਚੀਜ਼ ਨਾਲ ਇਹ ਪ੍ਰਾਪਤੀ ਹੋਏਗੀ, ਇਸ ਚੀਜ਼ ਦੇ ਨਾਲ ਇਹ ਪ੍ਰਾਪਤੀ ਹੋਏਗੀ। ਸੱਚਾਈ ਇਹ ਨਹੀਂ ਹੈ। ਸੱਚਾਈ ਹੈਗੀ ਹੈ, ਜਿਵੇਂ ਇੱਕ ਬੱਚੇ ਦਾ ਆਪਣੇ ਮਾਤਾ ਪਿਤਾ ਨਾਲ ਕੋਈ ਰਿਸ਼ਤਾ ਹੋ ਜਾਂਦਾ ਹੈ, ਨਾਤਾ ਬਣ ਜਾਂਦਾ ਹੈ, ਤੇ ਉਸ ਬੱਚੇ ਨੂੰ ਕੋਈ ਔਕੜ ਆਉਂਦੀ, ਕੋਈ ਭੀੜ ਆਉਂਦੀ, ਤੇ ਉਸ ਬੱਚੇ ਨੂੰ ਉਸ ਮਾਤਾ ਪਿਤਾ ਤੋਂ ਕੋਈ ਜੇ ਪ੍ਰਾਪਤੀ ਕਰਨੀ ਹੈ, ਜਾਂ ਉਸ ਮਾਤਾ ਪਿਤਾ ਦੇ ਨਾਲ ਕੋਈ ਪ੍ਰੀਤੀ ਰੱਖਣੀ ਹੈ, ਲਗਾਵ ਰੱਖਣਾ ਹੈ, ਉਹਦੇ ਵਾਸਤੇ ਉਸ ਬੱਚੇ ਨੂੰ ਕੋਈ ਆਡੰਬਰ ਨਹੀਂ ਕਰਨੇ ਪੈਣਗੇ। ਉਸ ਨੂੰ ਭੌ ਰੱਖਣ ਦੀ ਲੋੜ ਨਹੀਂ ਹੈ। ਉਹਨੂੰ ਜੇ ਕੋਈ ਚੀਜ਼ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਮਾਤਾ ਪਿਤਾ ਦੇ ਸਮਕਸ਼ ਜਾ ਕੇ ਕਹੇ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ। ਤੇ ਜੇ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਇਸ ਬੱਚੇ ਨੂੰ ਇਸ ਸਮੇਂ ਚੀਜ਼ ਦਿੱਤੀ ਜਾਵੇ ਤੇ ਮਾਤਾ ਪਿਤਾ ਆਪੇ ਦੇ ਦਿੰਦੇ ਨੇ। ਆਡੰਬਰ ਕਿਹਨੂੰ ਕਰਨੇ ਪੈਂਦੇ ਨੇ, ਝੂਠ ਕਿਹਨੂੰ ਬੋਲਣਾ ਪੈਂਦਾ? ਉਹ ਮਾਤਾ ਪਿਤਾ ਦੀ ਆਗਿਆ 'ਚ ਨਹੀਂ। ਤੇ ਮਾਤਾ ਪਿਤਾ ਦੇ ਸਮਕਸ਼ ਉਹ ਜੀਵ ਜਦੋਂ ਜਿੱਦ ਕਰਨ ਲੱਗ ਜਾਵੇ, ਉਹ ਲੇਟਣ ਲੱਗ ਜਾਵੇ, ਘਰ 'ਚ ਤੋੜ ਫੋੜ ਕਰਨ ਲੱਗ ਜਾਵੇ, ਉਹ ਤੋੜ ਫੋੜ ਦੇ ਨਾਲ ਉਹ ਮਾਤਾ ਪਿਤਾ ਦੇ ਵਿੱਚ ਅੰਦਰ ਖੁਸ਼ੀ ਨਹੀਂ ਹੋਏਗੀ। ਪਰ ਉਹ ਸਿੱਖਿਆ ਕਿੱਥੋਂ? ਇਹੀ ਅਵਸਥਾ ਜਦੋਂ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਉਹ ਜਿਹੜਾ ਸਾਨੂੰ ਭੌ ਦਰਸਾਇਆ ਗਿਆ, ਹੱਠ ਕਰਨਾ ਸਿਖਾਇਆ ਗਿਆ, ਆਡੰਬਰਾਂ 'ਚ ਪਾਇਆ ਗਿਆ, ਉਹ ਮੈਨੂਪੂਲੇਸ਼ਨ 'ਚ ਪਾਇਆ ਗਿਆ, ਉਹ ਉਸ ਰੱਬ ਦੇ ਘਰ ਦੀ ਸੱਚਾਈ ਨਹੀਂ ਹੈ। ਉਹ ਰੱਬ ਦੇ ਘਰ ਦੀ ਸੱਚਾਈ ਨਹੀਂ ਹੈ। ਜੇ ਅਸੀਂ ਸਤਯੁਗ ਦੀ ਗੱਲ ਕਰਦੇ ਹਾਂ, ਸਤਯੁਗ ਦੇ ਵਿੱਚ ਨਾ ਕੋਈ ਮੂਰਤੀ ਸੀ, ਨਾ ਕੋਈ ਗ੍ਰੰਥ ਸੀ। ਉਸ ਸਮੇਂ ਦੇ ਵਿੱਚ ਜਿਹੜੀ ਗੱਲ ਸੀਗੀ ਕਿ ਰੱਬ ਦੀ ਅਗਰ ਪ੍ਰਾਪਤੀ ਕਰਨੀ ਹੈ, ਉਹਦੇ ਵਾਸਤੇ ਜੀਵ ਨੂੰ ਸਿਮਰਨ ਕਰਨਾ ਪਏਗਾ, ਉਸ ਰੱਬ ਦੇ ਨਾਮ ਦੇ ਉੱਤੇ ਭਗਤੀ ਦੇ ਵਿੱਚ ਬਹਿਣਾ ਪਏਗਾ। ਤੇ ਉਸ ਸਮੇਂ ਦੇ ਵਿੱਚ ਵੀ ਸਿਮਰਨ ਹੀ ਕੀਤਾ ਜਾਂਦਾ ਸੀ। ਔਰ ਉਸ ਤੋਂ ਇਲਾਵਾ ਸਤਯੁਗ ਦੇ ਵਿੱਚ ਇਹ ਨਹੀਂ ਕਿ ਜੋ ਵੀ ਜੀਆ ਜੰਤ ਸੀਗੇ ਉਹ ਸਿਰਫ ਤੇ ਸਿਰਫ ਭਗਤੀ ਦੇ ਵਿੱਚ ਹੀ, ਸਿਮਰਨ ਸਮਾਧੀ ਦੇ ਵਿੱਚ ਹੀ ਬੈਠੇ ਹੁੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਵੀ ਗ੍ਰਸਤ ਜੀਵਨ ਸੀ, ਉਹਨਾਂ ਸਮਿਆਂ ਦੇ ਵਿੱਚ ਵੀ ਰਾਜ ਪਾਟ ਸੀਗੇ, ਉਹਨਾਂ ਸਮਿਆਂ ਦੇ ਵਿੱਚ ਵੀ ਕਾਰੋਬਾਰ ਹੁੰਦੇ ਸੀਗੇ, ਉਹਨਾਂ ਸਮਿਆਂ ਦੇ ਵਿੱਚ ਵੀ ਨੌਕਰੀਆਂ ਸੀਗੀਆਂ, ਉਹਨਾਂ ਸਮਿਆਂ ਦੇ ਵਿੱਚ ਵੀ ਉਹ ਜੋ ਜੀਆ ਜੰਤ ਜਿਹੜੇ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ, ਉਹਨਾਂ ਸਮਿਆਂ ਦੇ ਵਿੱਚ ਵੀ ਉਹ ਜੀਵ ਸੀਗੇ। ਗੱਲ ਸਿਰਫ ਇਹ ਸੀਗੀ ਕਿ ਉਸ ਸਮੇਂ ਦੇ ਵਿੱਚ ਸੱਤ ਭਾਵ ਸੱਚ ਦੀ ਗੱਲ ਹੁੰਦੀ ਸੀ ਕਿ ਜਿਸ ਜੀਵ ਨੂੰ ਵੀ ਰੱਬ ਦੀ ਪ੍ਰਾਪਤੀ ਕਰਨੀ ਹੈ, ਜਿਸ ਜੀਵ ਨੂੰ ਵੀ ਉਸ ਰੱਬ ਦੇ ਕੋਲ ਜਾਣਾ ਹੈ, ਉਸ ਰੱਬ ਤੱਕ ਪਹੁੰਚਣ ਵਾਸਤੇ ਸਿਮਰਨ ਪਹਿਲੀ ਗੱਲ। ਉਸ ਤੋਂ ਬਾਅਦ ਕਿਸੇ ਦੇ ਨਾਲ ਧੋਖਾ ਨਾ ਕਰੋ, ਕਿਸੇ ਨੂੰ ਈਰਸ਼ਾ ਦਵੈਸ਼ ਨਾ ਕਰੋ, ਕਿਸੇ ਦੇ ਨਾਲ ਨਫ਼ਰਤ ਨਾ ਕਰੋ, ਕਿਸੇ ਤੋਂ ਦੂਰੀ ਨਾ ਕਰੋ। ਇਹ ਸੀਗੀ ਸੱਚਾਈ। ਔਰ ਇਹ ਕਰਦੇ ਕਰਦੇ ਉਸ ਸਮੇਂ ਦੇ ਵਿੱਚ ਉਹਨੂੰ ਸਤਯੁਗ ਕਿਹਾ ਜਾਂਦਾ ਸੀ, ਜਿਸ 'ਚ ਇੰਨਾ ਕਾਲ ਨਹੀਂ ਸੀ, ਸਕੂਨ ਸੀ। ਉਸ ਸਮੇਂ ਦੇ ਵਿੱਚ ਉਹ ਜੀਵ ਜਿਨ੍ਹਾਂ ਨੂੰ ਸਤਯੁਗ ਦੇ ਵਿੱਚ ਸੁਮਰਨ ਦੀ, ਭਗਤੀ ਦੀ, ਸੱਚਾਈ ਦਾ ਪਤਾ ਲੱਗਿਆ, ਉਹ ਉਸ ਸਿਮਰਨ ਦੇ ਨਾਂ ਦੇ ਉੱਤੇ ਜੀਵ ਤੁਰਨੇ ਸ਼ੁਰੂ ਹੋਏ। ਤੇ ਤੁਰਦੇ 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 ਪਰੇਸ਼ਾਨੀ ਕਿੱਥੋਂ ਹੋਈ? ਜੇ ਆਪਾਂ ਹੋਰ ਪਿਛਾਂ ਜਾਂਦੇ ਹਾਂ, ਉਸ ਸਮੇਂ ਦੇ ਵਿੱਚ ਜਦੋਂ ਆਦਮ ਤੇ ਹਵਾ, ਜਿਹਨੂੰ ਅਸੀਂ ਐਡਮ ਐਂਡ ਈਵ ਕਹਿੰਦੇ ਹਾਂ, ਇਹ ਸਤਰੀ ਤੇ ਪੁਰਸ਼, ਪ੍ਰਕਿਰਤੀ ਤੇ ਧਰਤੀ, ਜੋ ਵੀ ਨਾਮ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਇਹ ਸਵਰਗ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਸੀ ਬਹੁਤ ਚੰਗੇ ਤਰੀਕੇ ਨਾਲ। ਤੇ ਉੱਥੇ ਇੱਕ ਅਕਲ ਦਾ ਫਲ, ਇੱਕ ਅਕਲ ਦਾ ਬੂਟਾ ਲੱਗਿਆ ਸੀ। ਤੇ ਉਹ ਆਦਮ ਤੇ ਹਵਾ, ਐਡਮ ਤੇ ਈਵ ਨੂੰ ਇਹ ਕਿਹਾ ਗਿਆ ਕਿ ਇਸ ਅਕਲ ਦੇ ਫਲ ਨੂੰ ਕਦੇ ਵੀ ਨਹੀਂ ਚਖਣਾ। ਤੇ ਉਹ ਜਿਹੜਾ ਕਾਲ ਸੀ, ਉਸ ਕਾਲ ਨੇ ਇਹ ਉਹਦੇ ਕੋਲੋਂ ਹਾਰਿਆ ਨਹੀਂ ਗਿਆ ਕਿ ਰੱਬ ਨੇ ਇੱਕ ਨਵੀਂ ਖੇਡ ਸ਼ੁਰੂ ਕੀਤੀ ਤੇ ਸਤਰੀ ਤੇ ਪੁਰਸ਼, ਮੇਲ ਤੇ ਫੀਮੇਲ ਨੂੰ
ਇੱਕ ਰੂਪ ਦਿੱਤਾ ਤੇ ਦੁਨੀਆ ਚਲਾਉਣ ਵਾਸਤੇ ਉਹ ਕੋਸ਼ਿਸ਼ ਕਰ ਰਿਹਾ। ਉਸ ਕਾਲ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਹਵਾ ਨੂੰ, ਉਸ ਈਵ ਨੂੰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਰੱਬ ਦੇ ਅਗੇਂਸਟ, ਰੱਬ ਤੋਂ ਖਿਲਾਫ, ਕਿ ਇਹ ਅਕਲ ਦਾ ਫਲ ਖਾ ਲਾ, ਇਹਦੇ ਵਿੱਚ ਬਹੁਤ ਜ਼ਿਆਦਾ ਰਸ ਹੈ, ਇਹਦੇ ਵਿੱਚ ਸੱਚਾਈ ਹੈ। ਜਿਸ ਦਿਨ ਉਸ ਹਵਾ ਨੇ ਉਸ ਆਦਮ ਨੂੰ ਵੀ ਆਪਣੀਆਂ ਗੱਲਾਂ 'ਚ ਪਾ ਕੇ, ਜਦੋਂ ਉਸ ਦਿਨ ਉਹਨਾਂ ਨੇ ਉਹ ਅਕਲ ਦਾ ਫਲ ਚੱਖ ਲਿਆ, ਅਕਲ ਆਉਂਦੇ ਹੀ ਜੋ ਪਹਿਲਾ ਕੰਮ ਹੋਇਆ, ਅਕਲ ਆਉਂਦੇ ਹੀ ਜੀਵ ਦੇ ਵਿੱਚ ਹਉਮੈ ਆ ਗਈ। ਔਰ ਜਦੋਂ ਹੀ ਹਉਮੈ ਆਈ ਕਿ ਮੈਨੂੰ ਇਹਨਾਂ ਗੱਲਾਂ ਦੀ ਪਤਾ ਲੱਗ ਗਈ, ਇਹਨਾਂ ਗੱਲਾਂ ਦੀ ਖਬਰ ਹੋ ਗਈ, ਉਸ ਰੱਬ ਨੇ ਉਹਨਾਂ ਤੋਂ ਦੂਰੀ ਕਰ ਲਈ, ਉਹਨਾਂ ਦੀ ਉਸ ਰੱਬ ਤੋਂ ਦੂਰੀ ਹੋ ਗਈ। ਤੇ ਜਿੱਤ ਹੋਈ ਕਾਲ ਦੀ, ਦੂਰੀ ਹੋਈ ਰੱਬ ਤੋਂ, ਤੇ ਉਸ ਤੋਂ ਬਾਅਦ ਉਹ ਜੀਵ ਆਤਮਾ ਜੋ ਆਦਮ ਤੇ ਹਵਾ ਬਣ ਕੇ ਆਏ ਸੀਗੇ, ਉਹਨਾਂ ਨੂੰ ਸਟਰਗਲ ਕਰਨਾ ਪੈ ਗਿਆ। ਇਹ ਜੋ ਅਕਲ ਦੀ ਗੱਲ ਹੈ, ਤੇ ਸਤਯੁਗ ਦੇ ਵਿੱਚ ਹੀ ਉਹ ਜਿਨ੍ਹਾਂ ਨੂੰ ਅਕਲ ਆਈ ਕਿ ਇਸ ਰੱਬ ਦੇ ਸਿਮਰਨ ਦੇ ਨਾਲ ਉਸ ਰੱਬ ਨੂੰ ਸਮਕਸ਼ ਪ੍ਰਗਟਾਇਆ ਜਾ ਸਕਦਾ, ਖੜਾ ਕੀਤਾ ਜਾ ਸਕਦਾ, ਉਸ ਅਕਲ ਦੇ ਜ਼ਰੀਏ, ਉਸ ਹਉਮੈ ਦੇ ਜ਼ਰੀਏ ਉਹਨਾਂ ਦੇ ਵਿੱਚ ਫਿਰ ਆਇਆ ਜੋ, ਜਿਹਨੂੰ ਅਸੀਂ ਕਹਿੰਦੇ ਹਾਂ ਹਠ ਯੋਗ। ਹਠ ਯੋਗ ਆਉਣ ਦੇ ਵਿੱਚ ਉਹਨਾਂ ਨੇ ਰੂਪ ਬਦਲ ਲਿਆ। ਰੂਪ ਬਦਲ ਕੇ ਜੋ ਸਿਮਰਨ ਸ਼ੁਰੂ ਕੀਤਾ, ਜੋ ਭਗਤੀ ਸ਼ੁਰੂ ਕੀਤੀ, ਉਹਨਾਂ ਦਾ ਅਖੀਰ ਕੀ ਹੋਇਆ? ਉਹਨਾਂ ਨੇ ਜਦੋਂ ਰੱਬ ਆਪਣੇ ਸਮਕਸ਼ ਕਿਸੇ ਵੀ ਰੂਪ 'ਚ ਪ੍ਰਗਟਾਇਆ, ਉਸ ਰੱਬ ਦੇ ਪ੍ਰਗਟ ਹੋਣ ਤੇ ਜਾਂ ਉਹਨਾਂ ਨੇ ਰੱਬ ਹੋਣ ਦਾ ਵਰਦਾਨ ਮੰਗਿਆ ਕਿ ਅਸੀਂ ਅਮਰ ਹੋ ਜਾਈਏ, ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸ੍ਰਿਸ਼ਟੀ ਨੂੰ, ਇਸ ਪ੍ਰਕਿਰਤੀ ਨੂੰ ਤਬਾਹ ਕਰਨ ਦੀ ਗੱਲ ਉਸ ਰੱਬ ਦੇ ਅੱਗੇ ਰੱਖੀ। ਜਾਣਦੇ ਸੀਗੇ, ਅਕਲ ਸੀ ਕਿ ਇਸ ਭਗਤੀ ਦੇ ਸਿਰ ਦੇ ਉੱਤੇ ਇਸ ਰੱਬ ਨੂੰ ਸਾਹਮਣੇ ਪ੍ਰਗਟਾਇਆ ਜਾ ਸਕਦਾ। ਤੇ ਉਹ ਜਿਨ੍ਹਾਂ ਨੇ ਜਿੱਦ ਦੇ ਵਿੱਚ ਉਸ ਰੱਬ ਨੂੰ ਪ੍ਰਗਟਾਇਆ ਆਪਣੀ ਅਕਲ ਦੇ ਜ਼ਰੀਏ, ਉਹਨਾਂ ਨੇ ਅਖੀਰ ਦੇ ਵਿੱਚ ਜੋ ਵੀ ਕੀਤਾ ਇਸ ਸ੍ਰਿਸ਼ਟੀ ਦੇ ਨਾਲ, ਉਹ ਸਾਡੇ ਸਮਕਸ਼ ਹੈ। ਜ਼ਹਿਰ ਕੀ ਸੀ? ਉਹ ਅਕਲ ਆਣੀ। ਉਸ ਅਕਲ ਨੇ ਸਮਝਾਇਆ ਕਿ ਇਸ ਤਰੀਕੇ ਨਾਲ ਇਸ ਰੱਬ ਨੂੰ ਵੀ ਸਮਕਸ਼ ਕੀਤਾ ਜਾ ਸਕਦਾ, ਖੜੇ ਕੀਤਾ ਜਾ ਸਕਦਾ। ਉਸ ਰੱਬ ਨੂੰ ਵੀ ਕਿਹੜੀ ਅਵਸਥਾ ਦੇ ਵਿੱਚ ਖੜਾ ਕਰ ਸਕਦੇ ਹਾਂ, ਉਹ ਜੀਵ ਨੂੰ ਪਤਾ ਲੱਗ ਗਿਆ ਉਸ ਸਿਮਰਨ ਤੋਂ। ਤੇ ਫਿਰ ਹੋਰ ਅੱਗੇ ਹੋਏ, ਜਿਵੇਂ ਜਿਵੇਂ ਸਿਮਰਨ ਵਧਣ ਲੱਗਿਆ, ਆਪਣੀਆਂ ਤਾਕਤਾਂ ਅਜ਼ਮਾਉਣ ਲੱਗੇ, ਜਿਨ੍ਹਾਂ ਨੇ ਕੁਝ ਮੰਗ ਨਹੀਂ ਕੀਤੀ, ਜਿਨ੍ਹਾਂ ਨੂੰ ਅਸੀਂ ਉਸ ਸਮੇਂ ਦੇ ਸਾਧੂ ਸੰਤ ਕਹਿੰਦੇ ਸੀਗੇ ਸਤਯੁਗ ਦੇ ਵਿੱਚ, ਉਹ ਜਿਨ੍ਹਾਂ ਨੂੰ ਅਸੀਂ ਰਿਸ਼ੀ ਮੁਨੀ ਕਹਿੰਦੇ ਸੀਗੇ, ਉਹਨਾਂ ਨੇ ਰੱਬ ਨਾਲੋਂ ਜਿੱਦ ਨਹੀਂ ਕੀਤੀ, ਪਰ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਉਸ ਤਾਕਤ ਦਾ ਆਭਾਸ ਹੋਣ ਲੱਗ ਗਿਆ, ਜਿਹਨੂੰ ਅਸੀਂ ਸਿਮਰਨ ਭਗਤੀ ਦਾ ਤਾਕਤ ਕਹਿੰਦੇ ਹਾਂ। ਉਹਨਾਂ ਨੇ ਦੂਜੇ ਪਾਸੇ ਫਿਰ ਕੀ ਕੀਤਾ? ਉਸ ਪ੍ਰਕਿਰਤੀ ਦੇ ਵਿੱਚ ਉਹ ਜੋ ਜੀਆ ਜੰਤ ਸਾਡੇ ਰੂਪ ਦੇ ਵਿੱਚ ਘੁੰਮਦੇ ਸੀਗੇ, ਉਹਨਾਂ ਨੇ ਆਪਣੀਆਂ ਤਾਕਤਾਂ ਦੱਸਣੀਆਂ ਸ਼ੁਰੂ ਕਰਤੀਆਂ। ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਿਸੇ ਨੂੰ ਨਰਕ ਕਰ ਦਿੱਤਾ, ਉਸ ਰੱਬ ਦੀ ਤਾਕਤ ਦੇ ਸਿਰ ਤੇ ਜੋ ਸਿਮਰਨ ਸੀਗਾ, ਜੋ ਸਿਮਰਨ ਸੀਗਾ। ਇੱਕ ਦੂਜੇ ਨੂੰ ਤਬਾਹੀਆਂ ਕਰਨ ਲੱਗ ਗਏ, ਬਰਬਾਦੀਆਂ ਕਰਨ ਲੱਗ ਗਏ, ਕਾਰਨ ਕਿ ਉਸ ਸਿਮਰਨ ਦੇ ਸਿਰ ਤੇ ਵਚਨ ਪੂਰੇ ਹੋਣ ਲੱਗ ਗਏ। ਉਹ ਅਕਲ ਦੇ ਜ਼ਰੀਏ ਪਤਾ ਲੱਗ ਗਿਆ ਕਿ ਇਹ ਤਾਕਤ ਮੇਰੇ ਕੋਲ ਆ ਗਈ, ਤਬਾਹ ਕਰਨ ਲੱਗ ਗਏ, ਬਰਬਾਦੀ ਸ਼ੁਰੂ ਹੋਈ, ਇੱਕ ਦੂਜੇ ਨੂੰ ਸ਼ਰਾਪ ਦੇ ਦਿੱਤਾ, ਇੱਕ ਦੂਜੇ ਨੂੰ ਮੁਕਾ ਦਿੱਤਾ, ਖਤਮ ਕਰ ਦਿੱਤਾ। ਪਰ ਉਹ ਸਿਮਰਨ, ਉਹ ਭਗਤੀ ਇੱਕ ਦੂਜੇ ਨੂੰ ਤਬਾਹ ਕਰਨ ਵਾਸਤੇ, ਰੱਬ ਨੂੰ ਸਮਕਸ਼ ਖੜਾ ਕਰਨ ਵਾਸਤੇ ਨਹੀਂ ਸੀ। ਉਹ ਸਿਮਰਨ ਦੀ ਤਾਕਤ ਸੀ, ਭਗਤੀ ਦੀ ਤਾਕਤ ਸੀ, ਇਸ ਜੀਵ ਆਤਮਾ ਨੂੰ ਸਰੈਂਡਰ ਹੋ ਕੇ ਉਸ ਰੱਬ ਨੂੰ ਮਿਲਣਾ, ਉਸ ਰੱਬ ਦੀ ਪ੍ਰਾਪਤੀ ਕਰਨੀ। ਇਹ ਤਬਾਹੀ ਸ਼ੁਰੂ ਹੋਈ ਸਤਯੁਗ ਤੋਂ। ਫਿਰ ਸਤਯੁਗ ਤੋਂ ਤ੍ਰੇਤਾ ਕਿਵੇਂ ਸ਼ੁਰੂ ਹੋਇਆ, ਕੋਈ ਨਹੀਂ ਜਾਣਦਾ, ਕਿਸੇ ਨੂੰ ਨਹੀਂ ਪਤਾ। ਇਹ ਨਹੀਂ ਕਿ ਸਤਯੁਗ ਤੋਂ ਬਾਅਦ ਸ੍ਰਿਸ਼ਟੀ ਖਤਮ ਹੋ ਗਈ ਸੀ, ਇਹ ਨਹੀਂ ਕਿ ਰੀਸੈਟ ਹੋਇਆ ਸਭ ਕੁਝ ਤੇ ਨਵੀਂ ਸਟਾਰਟ ਹੋਈ। ਇਹ ਸਾਡੇ ਵਰਗੇ ਜੀਵਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਤ੍ਰੇਤਾ ਆ ਗਿਆ। ਸਾਡੇ ਵਰਗੇ ਜੀਵ ਸੀਗੇ, ਕੋਈ ਹਾਰਡ ਐਂਡ ਫਾਸਟ ਕੋਈ ਪਾਲਿਸੀ ਨਹੀਂ ਸੀ ਕਿ ਇਸ ਦਿਨ ਤੱਕ ਸਤਯੁਗ ਹੋਏਗਾ, ਇਹ ਤੋਂ ਬਾਅਦ ਮੁੱਕ ਜਾਏਗਾ ਸਤਯੁਗ। ਨਹੀਂ, ਉਹ ਜਦੋਂ ਜੀਵਾਂ ਨੇ ਆਪਣੀਆਂ ਆਦਤਾਂ ਨੂੰ ਬਦਲਾਵ ਕਰਨਾ ਸ਼ੁਰੂ ਕੀਤਾ, ਇੱਕ ਦੂਜੇ ਦੇ ਨਾਲ ਹੱਟ, ਇੱਕ ਦੂਜੇ ਨੂੰ ਭਸਮ ਕਰਨਾ ਸ਼ੁਰੂ ਕੀਤਾ, ਤਬਾਹੀ ਸ਼ੁਰੂ ਕੀਤੀ, ਉਹ ਸਤਯੁਗ ਦਾ ਜਿਹੜਾ ਸਕੂਨ ਸੀ, ਸੁੱਖ ਸੀ, ਉਹ ਘਟਣਾ ਸ਼ੁਰੂ ਹੋਇਆ, ਮੁੱਕਣਾ ਸ਼ੁਰੂ ਹੋਇਆ। ਤੇ ਜਿਵੇਂ ਜਿਵੇਂ ਅੱਜ ਦੇ ਸਮੇਂ 'ਚ ਨਹੀਂ ਕਹਿੰਦੇ ਕੋਈ ਗਲਤ ਕੰਮ ਹੁੰਦਾ, ਕਹਿੰਦੇ ਕਲਯੁਗ ਆ ਗਿਆ। ਉਸ ਸਮੇਂ ਦੇ ਵਿੱਚ ਸਤਯੁਗ ਦੇ ਵਿੱਚ ਕਹਿਣਾ ਸ਼ੁਰੂ ਕਰਤਾ ਤ੍ਰੇਤਾ ਆ ਗਿਆ, ਤ੍ਰੇਤਾ ਆ ਗਿਆ।
ਤੇ ਉਸ ਸਮੇਂ ਦੇ ਵਿੱਚ ਉਹ ਜੋ ਸਰੀਰ ਰੂਪ ਦੇ ਵਿੱਚ ਜੀਵ ਪ੍ਰਗਟਿਆ, ਜਿਨ੍ਹਾਂ ਨੂੰ ਅਸੀਂ ਰਾਮਚੰਦਰ ਮਹਾਰਾਜ ਜੀ ਕਹਿੰਦੇ ਹਾਂ, ਉਸ ਤੋਂ ਪਹਿਲਾਂ ਵੀ ਉਹ ਰੱਬ ਰੂਪ ਆਉਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਜੋ ਮਹਾਪੁਰਸ਼ ਕਹਿੰਦੇ ਹਾਂ। ਤੇ ਤ੍ਰੇਤਾ ਯੁੱਗ ਦੇ ਵਿੱਚ ਆ ਕੇ ਉਹ ਜੋ ਸਤਯੁਗ ਦੇ ਵਿੱਚ ਅਵਸਥਾ ਸੀਗੀ, ਜੋ ਸਤਯੁਗ ਦੇ ਵਿੱਚ ਹਾਲਾਤ ਸੀਗੇ, ਉਹ ਬਦਲਣ ਲੱਗੇ। ਤੇ ਤ੍ਰੇਤੇ ਦੇ ਵਿੱਚ ਉਹ, ਜੇ ਉਸ ਸਮੇਂ ਦੇ ਵਿੱਚ ਜੇ ਹਿੰਦੂ ਇਤਿਹਾਸ ਦੇ ਹਿਸਾਬ ਨਾਲ, ਹਿੰਦੂ ਧਰਮ ਦੇ ਹਿਸਾਬ ਨਾਲ ਸੋਚਿਆ ਜਾਏ, ਤੇ ਉਹਨਾਂ ਸਮਿਆਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਰੱਬ ਕੋਈ ਹੋਰ ਹੈ ਮੰਨਦੇ ਸੀ। ਪਰ ਉਸ ਰੱਬ ਤੋਂ ਬਾਅਦ ਉਹਨਾਂ ਨੇ 3 ਦੇਵਤੇ, ਜਿਨ੍ਹਾਂ ਨੂੰ ਅਸੀਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਕਹਿੰਦੇ ਹਾਂ, ਉਹਨਾਂ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਸੀ। ਇੱਕ ਸਰੀਰ ਦੇ ਵਿੱਚ ਮੰਨਣਾ ਸ਼ੁਰੂ ਕਰ ਦਿੱਤਾ, ਜਦ ਕਿ ਉਹ ਜਾਣਦੇ ਸੀ ਉਸ ਸਮੇਂ ਦੇ ਵਿੱਚ ਕਿ ਉਹ ਜੋ ਦੇਵਤਾ ਨੇ ਉਹ ਵੀ ਕਿਸੇ ਦੀ ਭਗਤੀ ਦੇ ਵਿੱਚ ਬੈਠੇ ਨੇ, ਉਹ ਵੀ ਕਿਸੇ ਨੂੰ ਸਿਮਰ ਰਹੇ ਨੇ। ਉਹ ਸਿਮਰਨ ਦੇ ਸਿਰ ਤੇ ਉਹ ਪ੍ਰਕਿਰਤੀ, ਉਹ ਸ੍ਰਿਸ਼ਟੀ ਚਲਾ ਰਹੇ ਨੇ। ਪਰ ਤ੍ਰੇਤੇ ਯੁੱਗ ਦੇ ਵਿੱਚ ਆ ਕੇ ਜਿਹੜੇ ਸਰੀਰ ਰੂਪ ਦੇ ਵਿੱਚ ਜੀਵ ਆਉਣ ਲੱਗੇ, ਉਹਨਾਂ ਦੀ ਪੂਜਾ ਸ਼ੁਰੂ ਹੋ ਗਈ। ਉਹ ਜੋ ਵਿਸ਼ਨੂੰ ਨੂੰ ਵਿਸ਼ਨੂੰ ਕਿਹਾ ਜਾਂਦਾ ਸੀ, ਉਹਦੀ ਪੂਜਾ ਤੋਂ ਹਟ ਕੇ ਹੁਣ ਰਾਮਚੰਦਰ, ਉਹ ਸਰੀਰ ਦੀ ਪੂਜਾ ਸ਼ੁਰੂ ਹੋਈ। ਉਹ ਸੀ ਤ੍ਰੇਤਾ, ਸਰੀਰ ਦੀ ਪੂਜਾ ਸ਼ੁਰੂ ਹੋਈ ਤੇ ਉਹਨੂੰ ਰੱਬ ਮੰਨਿਆ ਜਾਣਾ ਸ਼ੁਰੂ ਹੋਇਆ। ਉਹ ਤੋਂ ਅਗਾਂਹ ਜਦੋਂ ਹੋਰ ਗਏ, ਜਦੋਂ ਦੁਆਪਰ ਯੁੱਗ ਦੀ ਗੱਲ ਕੀਤੀ ਗਈ, ਕੋਈ ਨਹੀਂ ਜਾਣਦਾ ਕਿ ਦੁਆਪਰ ਦੇ ਯੁੱਗ ਕਿਹੜੇ ਦਿਨ ਨੂੰ ਸ਼ੁਰੂ ਹੋਇਆ, ਕਿਸ ਦਿਨ ਸ਼ੁਰੂ ਹੋਇਆ, ਕੋਈ ਨਹੀਂ ਜਾਣਦਾ। ਪਰ ਉਸ ਤਰੀਕੇ ਦੇ ਕੰਮ ਹੋਣ ਲੱਗ ਗਏ, ਹੋਰ ਜ਼ਿਆਦਾ ਨਰਕ ਵਧਣ ਲੱਗ ਗਿਆ। ਹੋਰ ਉਹ ਸੱਤ ਦੀ ਗੱਲ ਜਿਹੜੀ ਸੀਗੀ, ਉਹ ਸੱਚਾਈ ਤੋਂ ਦੂਰ ਹੋ ਕੇ ਜੀਵਾਂ ਨੇ ਜਦੋਂ ਉੱਦਾਂ ਦਾ ਹਾਜ਼ਮਾ ਬਣਾ ਲਿਆ, ਜਿਵੇਂ ਅੱਜ ਨਹੀਂ, ਅੱਜ ਦੇ ਸਮੇਂ ਦੇ ਵਿੱਚ 20 ਸਾਲ ਪਹਿਲਾਂ, 30 ਸਾਲ ਪਹਿਲਾਂ ਜੋ ਕੰਮ ਹੁੰਦੇ ਸੀਗੇ, ਸਾਨੂੰ ਉਹ ਸ਼ੌਕ ਕਰਦੇ ਸੀਗੇ, ਹੈਰਾਨ ਕਰਦੇ ਸੀਗੇ। ਅੱਜ ਉਹ ਕੰਮ ਆਮ ਹੁੰਦੇ ਨੇ ਤੇ ਜੀਵਾਂ ਨੇ ਹਾਜ਼ਮਾ ਬਣਾ ਲਿਆ। ਇੱਦਾਂ ਹੀ ਹੈ, ਹਾਜ਼ਮਾ ਉੱਦਾਂ ਬਣਾ ਕੇ ਅਸੀਂ ਉਸ ਤਰੀਕੇ ਦਾ ਜੀਵਨ ਜੀਣ ਲੱਗੇ, ਔਰ ਉਹ ਆਦਤ ਬਣਾ ਕੇ ਉਹ ਯੁੱਗ ਨੂੰ ਉਸ ਸਮੇਂ ਦਾ ਨਾਂ ਦੇ ਦਿੱਤਾ। ਦੁਆਪਰ ਤੋਂ ਸ਼ੁਰੂ ਹੋਏ, ਫਿਰ ਆਉਂਦਾ ਕਲਯੁਗ। ਕਲਯੁਗ ਉਹ ਜਦੋਂ ਇੱਕ ਸੱਚਾਈ ਦਾ ਅੰਤ ਹੋ ਗਿਆ, ਜਾਂ ਸੱਚਾਈ ਉਨੀ ਕੁ ਰਹਿ ਗਈ ਜਿਸ 'ਤੇ ਉਹ ਸੱਚਾਈ, ਇੱਕ ਜਿਵੇਂ ਕੋਈ ਬਿਮਾਰ ਬੰਦਾ ਹੋਵੇ, ਤੁਰ ਫਿਰ ਨਾ ਸਕੇ, ਕੋਈ ਬਜ਼ੁਰਗ ਹੋਵੇ ਜਿਹੜਾ ਤੁਰ ਫਿਰ ਨਾ ਸਕੇ, ਤੇ ਉਹਨੂੰ ਜੇ ਤੁਰਨਾ ਪੈ ਜਾਵੇ ਤੇ ਕਿਸ ਤਰੀਕੇ ਨਾਲ ਉਹ ਲਿੰਪ ਹੋ ਕੇ ਜਾਂ ਰੇਂਗ ਕੇ ਚੱਲੇ, ਸਤਯੁਗ ਦਾ ਉਹ ਹਾਲ ਹੋ ਗਿਆ ਕਲਯੁਗ ਤੱਕ ਪਹੁੰਚਦੇ ਪਹੁੰਚਦੇ। ਉਹ ਸੱਚ ਦੀ ਗੱਲ ਮੁੱਕ ਗਈ। ਉਹ ਸੱਚ ਜਿਹੜਾ ਸੀਗਾ ਕਿ ਰੱਬ ਦੀ ਪ੍ਰਾਪਤੀ ਕਰੇ ਜੀਵ ਆਤਮਾ, ਔਰ ਇਸ ਜੀਵ ਆਤਮਾ ਨੂੰ ਉਸ ਰੱਬ ਤੱਕ ਪਹੁੰਚਣਾ ਹੈ। ਤੇ ਜਦੋਂ ਤ੍ਰੇਤਾ ਆਇਆ, ਉਸ ਸਮੇਂ ਦੇ ਜੀਵਾਂ ਨੇ ਉਸ ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਵੱਖ ਕਰ ਦਿੱਤੀਆਂ। ਦੁਆਪਰ ਆਇਆ, ਦੁਆਪਰ ਦੇ ਵਿੱਚ ਉਸ ਰੱਬ ਨੂੰ ਪਾਉਣ ਦੀ ਪ੍ਰਾਪਤੀ ਦੀਆਂ ਗੱਲਾਂ ਵੱਖ ਕਰ ਦਿੱਤੀਆਂ। ਤੇ ਜਦੋਂ ਕਲਯੁਗ ਆਇਆ, ਕਲਯੁਗ ਦੇ ਵਿੱਚ ਵੀ ਜਦੋਂ ਨਰਕ ਬਹੁਤ ਵੱਧ ਗਿਆ, ਤੇ ਫਿਰ ਉਸ ਰੱਬ ਨੂੰ ਕਿਸੇ ਨਾ ਕਿਸੇ ਮਹਾਪੁਰਸ਼ ਦੇ ਰੂਪ ਦੇ ਵਿੱਚ ਆਉਣਾ ਪਿਆ। ਚਾਹੇ ਉਹ ਕ੍ਰਾਈਸਟ ਸਾਹਿਬ ਆਏ, ਚਾਹੇ ਅਬਰਾਹਮ ਬਣ ਕੇ ਆਏ, ਚਾਹੇ ਮੂਸਾ ਬਣ ਕੇ ਆਏ, ਚਾਹੇ ਮੁਹੰਮਦ ਸਾਹਿਬ ਬਣ ਕੇ ਆਏ, ਚਾਹੇ ਕਬੀਰ ਸਾਹਿਬ ਬਣ ਕੇ ਆਏ, ਚਾਹੇ ਨਾਨਕ ਪਾਤਸ਼ਾਹ ਬਣ ਕੇ ਆਏ, ਕਿਸੇ ਵੀ ਰੂਪ ਦੇ ਵਿੱਚ ਆਏ। ਇਹਨਾਂ ਨੇ ਜੋ ਆਭਾਸ ਕੀਤਾ, ਉਹ ਇਸੇ ਗੱਲ ਦਾ ਆਭਾਸ ਕੀਤਾ ਕਿ ਸਤਯੁਗ ਰੇਂਗ ਰਿਹਾ ਹੈ, ਸਤਯੁਗ ਰੇਂਗ ਰਿਹਾ ਹੈ, ਔਰ ਕਲਯੁਗ ਬਲਵਾਨ ਹੋਣਾ ਸ਼ੁਰੂ ਹੋ ਗਿਆ। ਤੇ ਉਹ ਜੋ ਗਲਤੀਆਂ ਜੀਵਾਂ ਨੇ ਕੀਤੀਆਂ, ਉਹ ਗਲਤੀਆਂ ਨੂੰ ਸੁਧਾਰਨ ਵਾਸਤੇ ਉਹਨਾਂ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਉਣਾ ਸ਼ੁਰੂ ਕੀਤਾ। ਤੇ ਉਸ ਸਮਝਾਉਣ ਦੇ ਵਿੱਚ ਨਵੇਂ ਧਰਮਾਂ ਦਾ ਜਨਮ ਹੋਇਆ। ਤੇ ਜਦੋਂ ਨਵੇਂ ਧਰਮਾਂ ਦਾ ਜਨਮ ਹੋਇਆ, ਉਹ ਜਿਸ ਜੀਵ ਨੇ ਧਰਮ ਸ਼ੁਰੂ ਕੀਤਾ ਸੀ, ਉਹਦੇ ਕੋਲ ਸੱਚਾਈ ਸੀ। ਪਰ ਉਹ ਸੱਚਾਈ ਤੋਂ ਬਾਅਦ ਜਿਹੜੇ ਜੀਵ ਉਹਦੀ ਸੇਵਾ ਦੇ ਵਿੱਚ ਲੱਗੇ, ਜੋ ਸੇਵਾਦਾਰੀ ਦੇ ਵਿੱਚ ਲੱਗੇ, ਉਹਨਾਂ ਨੇ ਫਿਰ ਉਹਦੇ ਵਿੱਚ ਹੇਰ ਫੇਰ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਉਹਦੇ ਵਿੱਚ ਫਿਰ ਝੂਠ ਨੂੰ ਲਿਆਉਣਾ ਸ਼ੁਰੂ ਕੀਤਾ। ਉਹਦੇ ਵਿੱਚ ਫਿਰ ਉਹ ਜੀਵ ਜਿਹੜੇ ਉਸ ਰੱਬ ਦੇ ਨਾਂ 'ਤੇ ਤੁਰੇ ਸੀ, ਉਸ ਧਰਮ ਦੇ ਨਾਂ 'ਤੇ ਤੁਰੇ ਸੀ, ਉਹਨਾਂ ਨੂੰ ਫਿਰ ਆਡੰਬਰਾਂ 'ਚ ਪਾਉਣਾ ਸ਼ੁਰੂ ਕੀਤਾ। ਉਹ ਜਿਨ੍ਹਾਂ ਨੇ ਆਡੰਬਰਾਂ 'ਚ ਪਾਉਣਾ ਸ਼ੁਰੂ ਕੀਤਾ, ਉਹ ਆਡੰਬਰ ਦੇਖ ਕੇ ਫਿਰ ਨਵਾਂ ਧਰਮ ਸ਼ੁਰੂ ਹੋਇਆ। ਉਹ ਆਡੰਬਰ ਦੇਖ ਕੇ ਫਿਰ ਦੁਬਾਰਾ ਨਵਾਂ ਧਰਮ ਸ਼ੁਰੂ ਹੋਇਆ। ਉਹ ਆਡੰਬਰ ਦੇਖ ਕੇ ਫਿਰ ਦੁਬਾਰਾ। ਪਰ ਬਦਕਿਸਮਤੀ ਇਹ ਹੋਈ
ਕਿ ਉਹ ਸਰੀਰ ਦੇ ਜਾਣ ਤੋਂ ਬਾਅਦ ਜਿਹੜੇ ਮਹਾਂਪੁਰਸ਼ ਨੇ ਨਵਾਂ ਇੱਕ ਸਲੋਗਨ, ਨਵਾਂ ਇੱਕ ਨਾਅਰਾ ਦਿੱਤਾ ਇਸ ਦੁਨੀਆ ਨੂੰ ਸਾਡੇ ਵਰਗੇ ਜੀਵਾਂ ਲਈ, ਉਹਨਾਂ ਦੇ ਵਿੱਚ ਫਿਰ ਜਿਹੜੇ ਸੇਵਾਦਾਰ, ਜਿਹੜੇ ਉਹਦੀ ਨੌਕਰੀ ਦੇ ਵਿੱਚ, ਡਿਊਟੀ ਦੇ ਵਿੱਚ ਲੱਗੇ, ਉਹਨਾਂ ਨੇ ਉਹਦੇ ਵਿੱਚ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਫਿਰ ਉਹ ਝੂਠ ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ। ਸਾਡੇ ਜੀਵਨ ਦੇ ਵਿੱਚ ਸਾਨੂੰ ਯਾਦ ਹੈ, ਆਪਣੇ ਬਾਲ ਉਮਰ ਦੇ ਵਿੱਚ ਅਸੀਂ ਬੰਬੇ ਜਿੱਥੇ ਰਹਿੰਦੇ ਸੀਗੇ, ਉੱਥੇ ਗੁਰੂ ਘਰ ਸੀਗਾ, ਦਸ਼ਮੇਸ਼ ਦਰਬਾਰ ਅੱਜ ਵੀ ਹੈ, ਬੜੀ ਮਾਨਤਾ ਹੈ। ਉਸੇ ਹੀ ਗ੍ਰਾਮ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਸੀਗੇ 4 ਜਾਂ 5 ਗੁਰੂ ਘਰ ਸੀਗੇ। ਪਰ ਉਹ ਜੋ ਅੰਧ ਵਿਸ਼ਵਾਸੀ ਹਿਸਾਬ ਸੀਗਾ ਕਿ ਉਸੇ ਗੁਰੂ ਘਰ ਦੇ ਵਿੱਚ ਸ਼ਰਧਾ ਸਾਰੇ ਜੀਵ ਲੈ ਕੇ ਪਹੁੰਚਦੇ ਸੀਗੇ, ਉਹ ਅਸੀਂ ਸੋਚਣਾ ਕਿ ਅਸੀਂ ਵੀ ਜਾਣਾ ਸ਼ੁਰੂ ਹੋਏ, ਜਦਕਿ ਸਾਡੇ ਘਰ ਦੇ ਬਾਹਰ ਇੱਕ ਗੁਰੂ ਘਰ ਸੀਗਾ। ਉਹ ਗੁਰੂ ਘਰ ਖਾਲੀ, ਉੱਥੇ ਵੀ ਦਰਬਾਰ ਸਾਹਿਬ ਸਜਿਆ, ਗੁਰੂ ਸਾਹਿਬ ਵਿਰਾਜਮਾਨ ਨੇ, ਉੱਥੇ ਵੀ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ, ਪਰ ਜੋ ਜੀਆ ਜੰਤ ਨੇ ਉਹ ਸਾਰੇ ਉਸੇ ਗੁਰੂ ਘਰ ਜਾ ਰਹੇ ਨੇ। ਅਸੀਂ ਵੀ ਆਪਣੇ ਦੋਸਤਾਂ ਦੇ ਨਾਲ ਗੱਲ ਹੋਈ, ਅਸੀਂ ਵੀ ਜਾਣਾ ਸ਼ੁਰੂ ਕੀਤਾ, ਤੇ ਉੱਥੇ ਜਾ ਕੇ ਕੀ ਦੇਖਿਆ, ਉੱਥੇ ਇੱਕ ਸੇਵਾਦਾਰ ਸੀਗੇ ਜਿਹਨਾਂ ਨੂੰ ਅਸੀਂ ਭਾਈ ਜੀ ਕਹਿੰਦੇ ਹਾਂ। ਪਤਾ ਨਹੀਂ ਹੁਣ ਉਹ ਹੈਗੇ ਨੇ ਸਰੀਰ 'ਚ ਜਾਂ ਨਹੀਂ। ਉਹ ਸੀਨੀਅਰ ਭਾਈ ਜੀ ਉੱਥੇ ਹੁੰਦੇ ਸੀਗੇ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉੱਥੇ ਉਸ ਸੇਵਾਦਾਰੀ ਦੇ ਦੌਰਾਨ ਜੀਆਂ ਜਨਤਾ ਨੂੰ ਭਰਮਾਂ 'ਚ ਪਾਉਣਾ ਸ਼ੁਰੂ ਕੀਤਾ। ਉਹ ਝਾੜਾ ਕਰਨ ਲੱਗ ਗਏ। ਕੋਈ ਸ਼ਬਦ ਪੜ੍ਹਦੇ ਹੁੰਦੇ ਸੀਗੇ ਗੁਰੂ ਘਰ ਦੇ ਪਿੱਛੇ ਜਿੱਥੇ ਸੁਖਾਸਨ ਘਰ ਹੁੰਦਾ ਸੀ, ਉੱਥੇ ਜੀਆ ਜੰਤ ਕੋਈ ਬਿਮਾਰ ਹੈਗਾ, ਉਹ ਕੋਈ ਸ਼ਬਦ ਪੜ੍ਹਨਾ, ਹੱਥ ਉੱਤ ਫੇਰ ਦੇਣਾ, ਉਹ ਜਿਹੜਾ ਗਲੇ ਦੇ ਵਿੱਚ ਉਹਨਾਂ ਨੇ ਰੁਮਾਲਾ ਜਿਹਾ ਪਾਇਆ ਹੁੰਦਾ ਸੀਗਾ ਜਾਂ ਉਹਦੇ ਨਾਲ ਝਾੜ ਦੇਣਾ ਤੇ ਉਹਨਾਂ ਤੋਂ ਸੇਵਾ ਲੈ ਲੈਣੀ। ਉਹ ਜਿਹੜਾ ਕੰਮ ਸੀਗਾ, ਫਿਰ ਜੀ ਇਹ ਸ਼ਬਦ ਬੋਲ ਦੇਣਾ ਕੋਈ ਨਾ ਕੋਈ ਕਰਕੇ, ਉਸ ਜੀਵ ਨੇ ਭਰਮਾਂ 'ਚ ਪਾਉਣਾ ਸ਼ੁਰੂ ਕੀਤਾ। ਕਿਤੇ ਨਾ ਕਿਤੇ ਕਿਸੇ ਨੂੰ ਪਤਾ ਨਹੀਂ ਉਸ ਜੀਵ ਦੀ ਬਹੁਤ ਅਹਿਮੀਅਤ ਹੈ ਉਸ ਚੀਜ਼ ਨੂੰ ਉੱਥੇ ਲਿਆਉਣ ਦੀ। ਉੱਦਾਂ ਦੇ ਜੀਵਾਂ ਵਾਸਤੇ ਕਿਹਾ ਗਿਆ ਝੂਠ ਨਾ ਬੋਲ, ਝੂਠ ਨਾ ਬੋਲ, ਸੱਚ ਕਹੀ ਹੈ। ਤੇ ਸੱਚ ਕੀ ਹੈਗਾ? ਰੱਬ ਇੱਕੋ ਹੀ ਹੈ, ਔਰ ਉਹ ਰੱਬ ਨੂੰ ਪਾਉਣ ਦੇ ਵਾਸਤੇ ਸਿਮਰਨ ਭਗਤੀ ਦੇ ਵਿੱਚ ਪੈਣਾ ਪਏਗਾ, ਕੋਈ ਆਡੰਬਰ ਨਹੀਂ ਕਰਨਾ ਪਏਗਾ। ਜਿਵੇਂ ਇੱਕ ਮਾਤਾ ਪਿਤਾ ਤੋਂ ਕੁਝ ਲੈਣ ਵਾਸਤੇ ਬੱਚਿਆਂ ਨੂੰ ਕੋਈ ਆਡੰਬਰ ਨਹੀਂ ਕਰਨੇ ਪੈਂਦੇ। ਆਡੰਬਰ ਤਾਂ ਹੀ ਕਰਨੇ ਪੈਂਦੇ ਨੇ ਜਦੋਂ ਮਾਤਾ ਪਿਤਾ ਔਰ ਬੱਚੇ ਦੇ ਰਿਸ਼ਤੇ ਦੇ ਵਿੱਚ ਕੋਈ ਗਲਤ ਹੋ ਜਾਂਦਾ, ਕੋਈ ਨਰਕ ਹੋ ਜਾਂਦਾ, ਮਾਤਾ ਪਿਤਾ ਦੀ ਜਾਂ ਬੱਚਿਆਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਹੁੰਦੀ। ਉਸੇ ਬੱਚੇ ਨੂੰ ਆਪਣੇ ਮਾਤਾ ਪਿਤਾ ਦੇ ਕੋਲ ਝੂਠ ਬੋਲਣਾ ਪੈਂਦਾ, ਕੋਈ ਨਾ ਕੋਈ ਆਡੰਬਰ ਕਰਨੇ ਪੈਂਦੇ ਨੇ। ਤੇ ਜੇ ਰਿਸ਼ਤਾ ਸਹੀ ਹੈਗਾ ਤੇ ਮਾਤਾ ਪਿਤਾ ਦੇ ਕੋਲ ਕੋਈ ਬੱਚੇ ਨੂੰ ਆਡੰਬਰ ਕਰਨਾ ਨਹੀਂ ਪਏਗਾ। ਸਿਰਫ ਸੱਚਾਈ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਜਦੋਂ ਇਹ ਅਵਸਥਾ ਅਸੀਂ ਸਮਝ ਜਾਵਾਂਗੇ, ਸਾਨੂੰ ਫਿਰ ਕੋਈ ਆਡੰਬਰ ਕਰਨਾ ਨਹੀਂ ਪਏਗਾ। ਤੇ ਕਹਿੰਦੇ ਅੱਗੇ, ਹਉਮੈ ਜਾਏ ਸ਼ਬਦ ਕਰ ਲਈਏ। ਹਉਮੈ ਜਾਣ ਵਾਸਤੇ, ਹਉਮੈ ਜਾਏਗੀ ਕਿੱਦਾਂ? ਉਹ ਹਉਮੈ ਜਿਹਦੇ ਕਰਕੇ ਜੀਵ ਉਸ ਰੱਬ ਤੋਂ ਦੂਰ ਹੋਇਆ, ਉਹ ਹਉਮੈ ਜਾਣ ਵਾਸਤੇ ਇੱਕ ਸ਼ਬਦ ਕਰ ਲਈਏ। ਇੱਕ ਸ਼ਬਦ, ਕੋਈ ਵੀ ਸ਼ਬਦ, ਜਿਸ ਸ਼ਬਦ ਦੇ ਨਾਲ ਅਸੀਂ ਉਸ ਰੱਬ ਨੂੰ ਪੁਕਾਰੀਏ ਔਰ ਉਸ ਪੁਕਾਰਨ ਦੇ ਵਿੱਚ ਉਸ ਰੱਬ ਦਾ ਸਿਮਰਨ ਕਰੀਏ। ਔਰ ਉਸ ਸਿਮਰਨ ਦੇ ਵਿੱਚ ਫਿਰ ਉਹੀ ਗੱਲ, ਅਕਲ ਨਾ ਲੈ ਕੇ ਆਈਏ। ਜਦੋਂ ਅਕਲ ਲੈ ਕੇ ਆਉਂਦੇ ਆ, ਉਹ ਸ਼ਬਦ ਚੰਗਾ ਹੋਏਗਾ, ਉਹ ਸਿਮਰਨ ਤਾਕਤਵਰ ਹੋਏਗਾ, ਇਸ ਤਰੀਕੇ ਨਾਲ ਨਹੀਂ। ਇਸ ਗੱਲ ਦਾ ਖੰਡਨ ਕਰ ਦਿੱਤਾ ਗਿਆ। ਜੋ ਵਾਲਮੀਕੀ ਸੀਗੇ, ਆਪਣੇ ਆਪ 'ਚ ਡਾਕੂ ਸੀਗੇ, ਉਹ ਰੱਬ ਹੋ ਗਏ ਇੱਕ ਸੰਪਰਦਾਇ ਦਾ। ਉਹਨਾਂ ਨੇ ਸਿਰਫ ਤੇ ਸਿਰਫ ਸਿਮਰਨ ਜੋ ਕੀਤਾ ਉਹ ਸੀਗਾ ਮਰਾ ਦਾ। ਹੁਣ ਇਹ ਗੱਲ ਸਾਡੀ ਚਲਾਕੀ ਹੈਗੀ ਹੈ, ਅਸੀਂ ਕਹਿੰਦੇ ਨਹੀਂ ਜੀ ਮਰਾ ਕਰਦੇ ਕਰਦੇ ਉਹ ਰਾਮ ਰਾਮ ਹੋ ਗਿਆ। ਨਹੀਂ, ਇਹ ਝੂਠ ਹੈਗਾ। ਉਹਨੂੰ ਰੱਬ ਮਿਲਿਆ ਤੇ ਮਰਾ ਦੇ ਨਾਂ ਤੋਂ ਹੀ ਮਿਲਿਆ, ਕਿਉਂਕਿ ਉਹਨੇ ਰਾਮ ਦੀ ਨੀਅਤ ਦੇ ਨਾਲ ਸਿਮਰਨ ਨਹੀਂ ਕੀਤਾ ਸੀ, ਉਹਨੇ ਮਰਾ ਦੀ ਨੀਅਤ ਦੇ ਨਾਲ ਸਿਮਰਨ ਕੀਤਾ ਸੀ। ਸਿਰਫ ਉਹਨੇ ਅਕਲ ਛੱਡ ਕੇ ਉਸ ਸ਼ਬਦ ਤੇ ਯਕੀਨ ਕੀਤਾ ਤੇ ਉਸ ਸ਼ਬਦ ਦੇ ਜ਼ਰੀਏ ਉਸ ਰੱਬ ਨੂੰ ਪਾ ਲਿਆ। ਰੱਬ ਕੀ ਪਾਣਾ, ਉਹ ਆਪ ਰੱਬ ਹੋ ਗਏ। ਤੇ ਜਿਨ੍ਹਾਂ ਨੇ ਉਹਨਾਂ ਨੂੰ ਨਾਮਦਾਨ ਦਿੱਤਾ ਸੀ, ਜੇ ਉਹਨਾਂ ਨੇ ਰਾਮ ਹੀ ਜਪਾਣਾ ਸੀ ਤੇ ਉਹ ਰਾਮ ਦਾ ਨਾਂ ਦੇ ਸਕਦੇ ਸੀ। ਉਸ ਜੀਵ ਨੇ ਸ਼ੰਕਾ ਨਹੀਂ ਕਰਨੀ ਸੀ। ਉਸ ਜੀਵ ਨੇ ਨਹੀਂ ਕਹਿਣਾ ਸੀ ਕਿ ਨਹੀਂ ਮੈਂ ਰਾਮ ਨਹੀਂ ਜਪਣਾ। ਪਰ ਸਾਡੇ ਵਰਗਿਆਂ ਦੇ ਕੋਲ ਜਦੋਂ ਇਹ ਗੱਲ ਪਹੁੰਚਾਈ ਗਈ, ਉਹ ਜਿਨ੍ਹਾਂ ਨੇ ਝੂਠ ਬੋਲਿਆ, ਨਹੀਂ ਮਰਾ ਕਰਦੇ ਹੀ ਰਾਮ ਹੋ ਗਏ ਸੀ, ਉਹਨਾਂ ਨੂੰ ਸਮਝਾਇਆ ਗਿਆ ਝੂਠ ਨਾ ਬੋਲ।
ਰੱਬ ਦੇ ਕੰਮਾਂ ਦੇ ਵਿੱਚ ਝੂਠ ਨਾ ਬੋਲ, ਉਹਦੇ ਵਿੱਚ ਮੈਨੂਪੂਲੇਸ਼ਨ ਨਾ ਕਰ, ਕਿਉਂਕਿ ਤੇਰੀ ਮੈਨੂਪੂਲੇਸ਼ਨ ਕਰਨ ਕਰਕੇ ਸਾਡੇ ਵਰਗੇ ਜਿਹੜੇ ਆਮ ਜੀਵ ਨੇ ਉਹਨਾਂ ਨੂੰ ਧੋਖਾ ਹੁੰਦਾ, ਉਹ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦੇ। ਅੱਜ ਤੋਂ ਪਿੱਛੇ ਚੱਲਦੇ ਹਾਂ, 20 ਸਾਲ ਪਿੱਛੇ ਚਲੇ ਜਾਓ, 30 ਸਾਲ ਪਿੱਛੇ ਚਲੇ ਜਾਓ, 40 ਸਾਲ ਪਿੱਛੇ ਚਲੇ ਜਾਓ। ਕਿਸੇ ਵੀ ਪਿੰਡ ਦੇ ਵਿੱਚ, ਗਰਾਂ ਦੇ ਵਿੱਚ, ਸ਼ਹਿਰ ਦੇ ਵਿੱਚ ਇੱਕ ਗੁਰੂ ਘਰ ਹੁੰਦਾ ਸੀ, ਕਿਸੇ ਵੀ ਧਰਮ ਦਾ, ਚਾਹੇ ਮੰਦਿਰ ਹੈ, ਮਸੀਤ ਹੈ, ਕੋਈ ਗੁਰਦੁਆਰਾ ਹੈਗਾ ਜਾਂ ਕੋਈ ਹੋਰ ਗੁਰੂ ਘਰ, ਇੱਕ ਹੁੰਦਾ ਸੀ। ਔਰ ਉਹ ਸਾਰੇ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਕਰਕੇ ਰੱਖਦਾ ਸੀ। ਇੱਕ ਉਹ ਝੂਠ ਦੱਸਦੇ ਦੱਸਦੇ, ਜਿਹੜੇ ਸੇਵਾਦਾਰ ਸੀਗੇ ਉਹਨਾਂ ਨੇ ਝੂਠ ਕਹਿੰਦੇ ਕਹਿੰਦੇ ਇੱਕ ਇੱਕ ਇਲਾਕੇ ਦੇ ਵਿੱਚ ਉਹੀ ਉਸੇ ਤਰੀਕੇ ਦੇ 4-4, 5-5, 8-8, 10-10 ਗੁਰੂ ਘਰ ਬਣਾ ਦਿੱਤੇ। ਗੁਰੂ ਘਰ ਬਣ ਗਏ, ਪਰ ਉੱਥੇ ਹੁਣ ਸੱਚ ਨਹੀਂ ਹੈ। ਇਸ ਕਰਕੇ ਜੀਵ ਅੱਜ ਸੁੱਖ ਸ਼ਾਂਤੀ ਨਹੀਂ ਪਾ ਰਹੇ। ਜੀਵ ਅੱਜ ਫਿਰ ਆਪਣੇ ਆਪ ਦੇ ਵਿੱਚ ਅਸ਼ਾਂਤ ਨੇ। ਅੱਜ ਅਗਰ ਇੰਨੇ ਗੁਰੂ ਘਰ ਬਣ ਗਏ, ਰੱਬ ਦੇ ਨਾਂ ਤੇ ਅਸੀਂ ਇੱਕ ਦੂਜੇ ਨਾਲ ਝਗੜ ਰਹੇ ਹਾਂ, ਆਪਣੇ ਰੱਬ ਨੂੰ ਉੱਚਾ ਤੇ ਸੁੱਚਾ ਮੰਨ ਰਹੇ ਹਾਂ, ਆਪਣੇ ਆਡੰਬਰਾਂ ਨੂੰ ਅਸੀਂ ਸੁੱਚਾ ਮੰਨ ਰਹੇ ਹਾਂ, ਤੇ ਸਾਡੇ ਭੀਤਰ ਸ਼ਾਂਤੀ ਕਿਉਂ ਨਹੀਂ? ਸਾਡੇ ਅੰਦਰ ਸਕੂਨ ਕਿਉਂ ਨਹੀਂ? ਸਾਡੇ ਅੰਦਰ ਸੱਚਾਈ ਕਿਉਂ ਨਹੀਂ? ਅੱਜ ਅਸੀਂ ਸਵੇਰੇ ਉੱਠਦੇ ਹੀ ਬੁਰੇ ਤੋਂ ਬੁਰੀਆਂ ਖਬਰਾਂ ਕਿਉਂ ਸੁਣਦੇ ਹਾਂ? ਕਾਰਨ ਕਿ ਕੁਝ ਗਲਤੀ ਉਹ ਜੀਵਾਂ ਦੀ ਜਿਹੜੇ ਸੇਵਾਦਾਰੀ 'ਚ ਲੱਗੇ, ਉਹਨਾਂ ਨੇ ਝੂਠ ਦੱਸਿਆ, ਤੇ ਸਾਡੇ ਵਰਗੇ ਜੀਵਾਂ ਨੇ ਉਸ ਗੱਲ ਨੂੰ ਸੱਚਾਈ ਸਮਝ ਕੇ ਉਹ ਲੈ ਕੇ ਤੁਰ ਪਏ। ਨਹੀਂ ਤੇ ਕੀ ਹੈ ਗੁਰੂ ਘਰ ਜਾਣਾ? ਕੀ ਹੈ ਇਨਸਾਨੀ ਜਾਮੇ ਦੀ ਸੱਚਾਈ? ਅੱਜ ਕੀ ਕਿਸੇ ਨੂੰ ਕੋਈ ਸੱਚਾਈ ਪਤਾ ਹੈ? ਅੱਜ ਕਿਸੇ ਨੂੰ ਨਹੀਂ ਪਤਾ। ਅੱਜ ਕ੍ਰਿਸ਼ਨ ਦੇ ਬਾਰੇ ਕਹਿ ਦਿੱਤਾ ਜਾਂਦਾ ਜੀ, ਉਹ ਗੋਪੀਆਂ ਨਾਲ ਖੇਡਦੇ ਰਹੇ, ਗੋਪੀਆਂ ਨਾਲ ਖੇਡਦੇ ਰਹੇ। ਕਿਸੇ ਨੂੰ ਪਤਾ ਵੀ ਹੈ ਉਸ ਸਮੇਂ ਉਹਨਾਂ ਦੀ ਕਿੰਨੀ ਉਮਰ ਸੀ? ਕਿੰਨੀ ਉਮਰ ਦੇ ਵਿੱਚ ਉਹ ਗੋਕੁਲ ਛੱਡ ਕੇ, ਉਹ ਤੋਂ ਬਾਅਦ ਤੇ ਉਹ ਗਏ ਨਹੀਂ। ਤੇ ਉਸ ਸਮੇਂ ਦੇ ਵਿੱਚ ਤੇ ਬਚਪਨ ਉਮਰ ਹੁੰਦੀ ਹੈ। ਬਚਪਨ ਉਮਰ ਦੇ ਵਿੱਚ ਤੇ ਉਹਨਾਂ ਦਾ ਅੱਜ ਜਿਹੜੇ ਸਾਨੂੰ ਫੋਟੋਆਂ ਬਣਾ ਕੇ ਦੱਸੀਆਂ ਜਾਂਦੀਆਂ, ਉਹ ਇੱਕ ਜਵਾਨ ਜੀਵ, ਉਹ ਜਿਹੜਾ ਭਰਪੂਰ ਯੌਵਨ ਦੇ ਵਿੱਚ ਬੈਠਾ ਹੈ, ਉਹਦੇ ਨਾਲ ਗੋਪੀਆਂ ਦਿਖਾ ਦਿੰਦੇ ਨੇ। ਤੇ ਉਹ ਝੂਠ ਨਹੀਂ ਹੈ ਕ੍ਰਿਸ਼ਨ ਦੇ ਬਾਰੇ ਜੋ ਝੂਠ ਦੱਸਿਆ ਗਿਆ, ਤੇ ਉਹ ਝੂਠ ਨਹੀਂ ਹੈ ਜਿਹੜੇ ਸਾਡੇ ਵਰਗੇ ਜੀਵ ਉਸ ਜੀਵ ਨੂੰ ਸੱਚਾਈ ਸਮਝ ਕੇ ਤੁਰ ਪਏ। 12-13 ਸਾਲ ਦਾ ਜੀਵ ਉਸ ਸਮੇਂ ਦੇ ਵਿੱਚ ਕਿੰਨਾ ਕੁ ਬਾਲ ਅਵਸਥਾ 'ਚ ਕੀ ਹੁੰਦਾ ਹੋਏਗਾ? ਪਰ ਉਹ ਜਿਹੜੀਆਂ ਫੋਟੋਆਂ ਦੇ ਵਿੱਚ ਜੋ ਸਾਨੂੰ ਦੱਸ ਦਿੱਤਾ ਗਿਆ, ਉਹ ਝੂਠ ਦੱਸ ਦਿੱਤਾ ਗਿਆ। ਫੋਟੋ ਦੀ ਤੇ ਉਹੀ ਗੱਲ ਹੈ ਨਾ, ਕਿ ਘਰਾਂ ਦੇ ਵਿੱਚ ਸਾਡੇ ਫੋਟੋਆਂ ਨਹੀਂ ਲੱਗੀਆਂ। ਕਿਸੇ ਵੀ ਰੱਬ ਦੀਆਂ ਫੋਟੋਆਂ ਜੋ ਅਸੀਂ ਆਪਣੀ ਫੋਟੋਆਂ ਬਣਵਾ ਲਈਆਂ, ਕੀ ਸਾਡੇ ਘਰ ਉਹ ਫੋਟੋਆਂ ਨਹੀਂ ਲੱਗੀਆਂ? ਕਿ ਉਸ ਤੋਂ ਬਾਅਦ ਅਸੀਂ ਘਰਾਂ ਦੇ ਵਿੱਚ ਗਲਤ ਕੰਮ ਕਰਨੇ ਬੰਦ ਕਰ ਦਿੱਤੇ? ਤੇ ਇਹ ਫੋਟੋ ਦਾ ਤੇ ਇਹੀ ਤਰੀਕਾ ਹੈ ਕਿ ਘਰ ਦੇ ਵਿੱਚ ਚੂਹੇ ਘੁੰਮ ਰਹੇ ਨੇ, ਤੇ ਉਹਨਾਂ ਦੇ ਸਮਕਸ਼ ਇੱਕ ਬਿੱਲੀ ਦੀ ਫੋਟੋ ਲਾ ਕੇ ਰੱਖ ਦਿੱਤੀ ਕਿ ਉਹਦੇ ਨਾਲ ਚੂਹੇ ਡਰ ਜਾਣਗੇ, ਕਿ ਉਹਦੇ ਨਾਲ ਚੂਹੇ ਡਰ ਜਾਣਗੇ। ਘਰ ਦੇ ਵਿੱਚ ਚੋਰ ਆ ਜਾਣ ਤੇ ਉਹਦੇ ਸਮਕਸ਼ ਇੱਕ ਕੁੱਤੇ ਦੀ ਫੋਟੋ ਰੱਖ ਦਿੱਤੀ ਜਾਵੇ, ਤੇ ਉਹਦੇ ਨਾਲ ਚੋਰ ਡਰ ਜਾਣਗੇ, ਉਹਦੇ ਨਾਲ ਚੋਰ ਡਰ ਜਾਣਗੇ। ਤੇ ਅੱਜ ਦੇ ਸਮੇਂ ਦੇ ਵਿੱਚ ਕੀ ਹੈ? ਫੋਟੋਆਂ ਦੇ ਚੱਕਰਾਂ ਦੇ ਵਿੱਚ ਅਸੀਂ ਫਸੇ ਹਾਂ, ਔਰ ਫੋਟੋਆਂ ਦੇ ਵਿੱਚ ਅਸੀਂ ਸਾਰਾ ਕੁਛ ਆਪਣਾ ਕੰਮ ਖਰਾਬ ਕਰ ਰਹੇ ਹਾਂ। ਸਾਡੇ ਆਪਣੇ ਕੋਈ ਸੇਵਕ ਨੇ ਬਹੁਤ ਕਰੀਬ, ਬੜਾ ਪਿਆਰ ਦਿਖਾਉਂਦੇ ਨੇ, ਬਹੁਤ ਪਿਆਰ ਹੈ। ਕਿਸੇ ਬਾਬਾ ਜੀ ਦੀ ਫੋਟੋ ਲਾਈ ਹੋਈ ਸੀ ਘਰ, ਸਾਨੂੰ ਕਹਿੰਦੇ ਜੀ ਅਸੀਂ ਉਹ ਬਾਬਾ ਜੀ ਦੀ ਫੋਟੋ ਹਟਾਤੀ, ਆਪੇ ਹਟਾਤੀ। ਚਲੋ ਠੀਕ ਹੈ ਜੀ। ਫਿਰ ਕੁਝ ਸਮੇਂ ਤੋਂ ਬਾਅਦ ਦੁਬਾਰਾ ਉਸੇ ਬਾਬਾ ਜੀ ਦੀ ਫੋਟੋ ਫਿਰ ਘਰ ਲਾ ਲਈ। ਸਾਨੂੰ ਵੀ ਬਾਬਾ ਜੀ ਕਹਿੰਦੇ ਨੇ। ਹੁਣ ਜਿਸ ਦਿਨ ਤੋਂ ਫੋਟੋ ਲਾਈ ਆਪਣੇ ਘਰ, ਉਸ ਦਿਨ ਤੋਂ ਸਾਨੂੰ ਆਪਣੇ ਘਰ ਹੀ ਨਹੀਂ ਬੁਲਾਉਂਦੇ। ਤੇ ਕਿੱਦਾਂ ਦਾ ਸਮਾਂ ਆ ਗਿਆ? ਉਹ ਇੱਕ ਬਾਬਾ ਜੀ ਜਿਹੜਾ ਸਰੀਰ 'ਚ ਘੁੰਮ ਰਿਹਾ, ਉਹਨੂੰ ਆਪਣੇ ਘਰ ਨਹੀਂ ਬੁਲਾਵਾਂਗੇ, ਉਹ ਯਕੀਨ ਸਾਡਾ ਖਤਮ ਹੋ ਗਿਆ। ਤੇ ਉਹ ਜਿਹੜੀ ਫੋਟੋ ਦੁਬਾਰਾ ਘਰ ਰੱਖ ਲਈ, ਉਸ ਫੋਟੋ ਦੇ ਨਾਲ ਸਾਨੂੰ ਕਿ ਰੱਬ ਦੀ ਪ੍ਰਾਪਤੀ ਹੋਏਗੀ, ਜਾਂ ਉਸ ਫੋਟੋ ਦੇ ਨਾਲ ਸਾਨੂੰ ਸੱਚਾਈ ਮਿਲ ਜਾਏਗੀ? ਜਦੋਂ ਉਹਨਾਂ ਨਾਲ ਗੱਲ ਹੁੰਦੀ, ਉਹਨਾਂ ਨੂੰ ਡਰ ਪੈਂਦਾ ਕਿਤੇ ਘਰ ਨਾ ਆ ਜਾਣ। ਕਿਉਂ? ਘਰ ਆ ਕੇ ਉਹ ਫੋਟੋ ਦੇਖ ਲੈਣਗੇ। ਤੇ ਸਾਨੂੰ ਘਰ ਜਾ ਕੇ ਦੇਖਣ ਦੀ ਲੋੜ ਵੀ ਨਹੀਂ। ਜਿਹੜੀ ਤਾਕਤ, ਜੋ ਕਿਰਪਾ ਕੰਮ ਕਰ ਰਹੀ, ਉਹ ਦੱਸ ਦਿੰਦੀ ਕੀ ਚੱਲ ਰਿਹਾ। ਪਰ ਸੱਚਾਈ ਇਹ ਨਹੀਂ ਨਾ, ਸੱਚਾਈ ਇਹ ਨਹੀਂ। ਅੱਜ ਕੋਈ ਬੰਦਾ ਜਿਹੜਾ ਕਿਸੇ ਵੀ ਰੂਪ ਦੇ ਵਿੱਚ, ਉਹਨੂੰ ਜੋ ਫਿਜ਼ੀਕਲੀ ਅਸੀਂ ਹੈਲਪ ਕਰ ਸਕਦੇ ਹਾਂ ਸਰੀਰਕ ਤੌਰ ਤੇ, ਉਹ ਸਾਡਾ ਪਾਠ ਪੂਜਾ ਹੈਲਪ ਨਹੀਂ ਕਰ ਸਕੇਗਾ।
ਸਾਡੇ ਆਪਣੇ ਪਿਤਾ ਜੀ ਦੀ ਗੱਲ ਕਰਦੇ ਹਾਂ, ਉਹ ਬਜ਼ੁਰਗੀ ਦੇ ਵਿੱਚ ਨੇ, ਬਿਮਾਰ ਪਏ ਨੇ। ਅਸੀਂ ਬਾਬਾ ਜੀ ਬਣ ਕੇ ਅਸੀਂ ਕਹੀ ਜਾਈਏ ਦੁਨੀਆਦਾਰੀ ਦੇ ਵਿੱਚ ਅਸੀਂ ਬਾਬਾ ਜੀ ਹਾਂ ਤੇ ਅਸੀਂ ਆਪਣੇ ਪਿਤਾ ਨੂੰ ਠੀਕ ਕਰ ਲਵਾਂਗੇ। ਨਹੀਂ, ਅਸੀਂ ਆਪਣੇ ਪਿਤਾ ਦੇ ਕੋਲ ਅੱਜ ਜਾ ਕੇ ਦੇਖ ਰੇਖ ਕਰੀਏ, ਉਹਨਾਂ ਦੀ ਰਾਜੀ ਖੁਸ਼ੀ ਪੁੱਛੀਏ, ਉਹਨਾਂ ਦੇ ਕੋਲ ਜਾ ਕੇ ਸੇਵਾ ਕਰੀਏ। ਉਹ ਹੈ ਸਾਡੇ ਜੀਵਨ ਦੀ ਸੱਚਾਈ। ਉਹ ਹੋਏਗੀ ਸਾਡੇ ਜੀਵਨ ਦੀ ਸੱਚਾਈ। ਨਾ ਕਿ ਅਸੀਂ ਇਹ ਕਹਿ ਦਈਏ ਕਿ ਅਸੀਂ ਬਾਬਾ ਜੀ ਹੈਗੇ ਹਾਂ, ਅਸੀਂ ਸਿਮਰਨ ਕਰ ਰਹੇ ਹਾਂ, ਅਸੀਂ ਸੇਵਾ ਦੇ ਵਿੱਚ ਹੈਗੇ ਹਾਂ, ਸਾਡੇ ਪਿਤਾ ਦੀ ਟੇਕ ਕੇਅਰ ਹੋ ਜਾਏਗੀ। ਨਹੀਂ, ਇਹ ਝੂਠ ਹੈ। ਇਸ ਝੂਠ ਤੋਂ ਦੂਰ ਹੋਈਏ। ਅੱਜ ਸਰੀਰ ਛੱਡਣ ਤੋਂ ਬਾਅਦ ਅਸੀਂ ਜਾ ਕੇ ਉਹਨਾਂ ਦੇ ਉਹ ਨਾਮ ਦੇ ਪਾਠ ਕਰਾ ਦੇਵਾਂਗੇ, ਉਹਨਾਂ ਦੇ ਸਰੂਪ ਦੇ ਉੱਤੇ ਚੰਦਨ ਦੀਆਂ ਮਾਲਾ ਪਵਾ ਦੇਵਾਂਗੇ। ਨਹੀਂ, ਇਹ ਸੱਚਾਈ ਤੋਂ ਅਸੀਂ ਆਪਣਿਆਂ ਨੂੰ ਧੋਖਾ ਨਹੀਂ ਦੇ ਸਕਦੇ। ਇਹਨਾਂ ਗੱਲਾਂ ਵਿੱਚ ਨਾ ਪਈਏ। ਜਿਹੋ ਜਿਹਾ ਕਰਮ ਅਸੀਂ ਬੀਜ ਰਹੇ ਹਾਂ, ਜੋ ਫਲ ਅਸੀਂ ਬੀਜ ਰਹੇ ਹਾਂ, ਸਾਨੂੰ ਸਾਡਾ ਉਹਦਾ ਭੁਗਤਾਨ ਸਾਡੇ ਜੀਵਨ 'ਚ ਇਸੇ ਜੀਵਨ ਦੇ ਵਿੱਚ ਮਿਲੇਗਾ। ਇਸੇ ਜੀਵਨ 'ਚ ਮਿਲੇਗਾ। ਕੋਈ ਬੱਚਾ ਸੀ, ਵਿਆਹ ਹੋਇਆ ਨਵਾਂ ਤੇ ਪਿਤਾ ਘਰ ਦੇ ਵਿੱਚ ਬਜ਼ੁਰਗ ਬਿਮਾਰ, ਰੋਜ਼ ਖਾਂਸੀ ਕਰੀ ਜਾਵੇ, ਖੰਘੇ, ਤੇ ਘਰ ਦੀ ਨੂੰ ਪਸੰਦ ਨਾ ਆਵੇ ਉਹ ਗੱਲ, ਤੇ ਕਹਿੰਦੀ ਜੀ ਜਾਓ ਜੀ ਇਹਨੂੰ ਕਿਸੇ ਤਰੀਕੇ ਪਾਰ ਲਾਓ। ਰੋਜ਼ ਕਲੇਸ਼, ਰੋਜ਼ ਕਲੇਸ਼। ਪਿਤਾ ਨੂੰ ਚੁੱਕਿਆ, ਟੋਕਰੀ 'ਚ ਪਾਇਆ ਤੇ ਪਿੰਡ ਦੇ ਬਾਹਰ ਰਾਤ ਨੂੰ, ਅੱਧੀ ਰਾਤ ਨੂੰ ਲੈ ਕੇ ਤੁਰ ਪਿਆ। ਤੇ ਪਿਤਾ ਨੇ ਪੁੱਛਿਆ ਕਿੱਥੇ ਲੈ ਕੇ ਜਾ ਰਹੇ ਹੈ? ਕਹਿੰਦਾ ਚਲੋ ਤੁਹਾਨੂੰ ਦੱਸਦਾ। ਪਿੰਡ ਦੇ ਬਾਹਰ ਨਦੀ ਸੀ ਤੇ ਲਾ ਕੇ ਉਸ ਪਿਓ ਨੂੰ ਸਿੱਟਣ ਲੱਗਿਆ ਜਦੋਂ, ਤੇ ਪਿਤਾ ਮੁਸਕਰਾ ਪਿਆ, ਕਹਿੰਦਾ ਇੱਕ ਕੰਮ ਕਰ, ਇਹ ਤੂੰ ਜਰਾ ਅਗਾਂਹ ਜਾ ਕੇ ਮੈਨੂੰ ਨਾ ਡੋਬ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਮੈਂ ਆਪਣੇ ਪਿਓ ਨੂੰ ਇੱਥੇ ਡੋਬ ਕੇ ਗਿਆ ਸੀ। ਕਰਮੀ ਆਪੋ ਆਪਣੀ, ਕਿ ਨੇੜੇ ਕਹਿ ਦੂਰ। ਕਹਿੰਦਾ ਅੱਗੇ ਡੋਬ, ਇੱਥੇ ਤਾਂ ਮੈਂ ਆਪਣੇ ਪਿਓ ਨੂੰ ਡੋਬ ਕੇ ਗਿਆ ਸੀ। ਤੇ ਅਸੀਂ ਜੀਵਨ ਦੇ ਵਿੱਚ ਆਪਣੇ ਨਿਗਾਹ ਮਾਰ ਕੇ ਦੇਖੀਏ, ਇਹ ਗੱਲਾਂ ਸਾਨੂੰ ਗੁਰੂ ਘਰਾਂ 'ਚ ਸਮਝਾਈਆਂ ਜਾਂਦੀਆਂ। ਤੇ ਜਿਸ ਗੁਰੂ ਘਰ 'ਚ ਸਾਡੇ ਪਰਿਵਾਰਾਂ ਤੋਂ ਨਫ਼ਰਤ ਸਿਖਾਈ ਜਾਵੇ, ਆਪਣੇ ਜੀਵਨ ਦੇ ਵਿੱਚ ਕਿਹਨੂੰ ਜਵਾਬ ਦੇਵਾਂਗੇ? ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਕਿਹਦੇ ਸਮਕਸ਼ ਖੜੇ ਹੋਵਾਂਗੇ? ਉਸ ਰੱਬ ਦੇ ਸਮਕਸ਼ ਜਾਂ ਉਸ ਝੂਠ ਦੇ ਸਮਕਸ਼ ਜੋ ਅਸੀਂ ਫੋਟੋਆਂ ਦੇ ਰੂਪ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲਾ ਕੇ ਬੈਠੇ ਹਾਂ? ਸਿਮਰਨ 'ਚ ਕਿਉਂ ਨਹੀਂ ਬੈਠਦੇ? ਉਸ ਭਗਤੀ ਦੇ ਵਿੱਚ ਕਿਉਂ ਨਹੀਂ ਜਾਂਦੇ ਜਿਹੜੀ ਸੱਚਾਈ ਹੈਗੀ ਹੈ, ਜੋ ਇਸ ਜੀਵ ਆਤਮਾ ਦੀ ਸੱਚਾਈ ਹੈ? ਇਹ ਜੋ ਮਾਇਆ ਰੂਪੀ ਪੈਸੇ ਦੇ ਪਿੱਛੇ ਅਸੀਂ ਲੱਗੇ ਹਾਂ, ਇਹ ਮਾਇਆ ਰੂਪੀ ਝੂਠੇ ਕੰਨਾਂ ਦੇ ਰਸ ਦੇ ਪਿੱਛੇ ਲੱਗੇ ਹਾਂ, ਇਸ ਚੀਜ਼ ਦੇ ਨਾਲ ਸਾਡੇ ਜੀਵਨ ਦੀ ਸੱਚਾਈ ਸਾਨੂੰ ਨਹੀਂ ਮਿਲੇਗੀ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਰਾਮ ਵੀ ਚਲੇ ਗਏ, ਰਾਵਣ ਵੀ ਚਲੇ ਗਏ, ਜਦੋਂ ਹੋਰ ਚਲੇ ਗਏ ਅਸੀਂ ਵੀ ਚਲੇ ਜਾਣਾ। ਪਰ ਜੀਵਨ ਦੇ ਵਿੱਚ ਕੀ ਸੱਚਾ ਜੀਵਨ ਜੀ ਰਹੇ ਹਾਂ? ਕਿ ਜੀਵਨ ਦੇ ਵਿੱਚ ਸਾਡੇ ਕੋਲ ਇਹ ਸੱਚਾਈ ਹੈ? ਜਾਂ ਉਹ ਆਡੰਬਰਾਂ ਦੇ ਪਿੱਛੇ ਲੱਗ ਕੇ, ਭੇਖ ਦੇ ਵਿੱਚ ਪੈ ਕੇ ਰੱਬ ਦੀ ਪ੍ਰਾਪਤੀ ਮੈਂ ਨਹੀਂ ਹੋਏਗੀ। ਰੱਬ ਦਾ ਸਿਰਫ ਨਹੀਂ ਹੈ, ਉਹਦੇ ਨਾਲ ਰਿਸ਼ਤਾ ਕਾਇਮ ਕਰਨਾ ਪਏਗਾ, ਪਿਤਾ ਦਾ, ਮਾਤਾ ਦਾ। ਤੇ ਨਾਨਕ ਪਾਤਸ਼ਾਹ ਦਾ ਦੇਖੋ ਕਿੰਨਾ ਵਧੀਆ ਰਿਸ਼ਤਾ, ਉਹਨਾਂ ਨੇ ਰੱਬ ਨੂੰ ਆਪਣਾ ਪਤੀ ਮੰਨ ਲਿਆ। ਗੱਲ ਹੀ ਮੁੱਕ ਗਈ। ਇੱਕ ਦੇਵੋ ਰਾਤ ਮੁਰਾਰੀ, ਸਭ ਸੁਹਾਗਣ ਮਾਣਿਆ ਰਲੀਆਂ, ਕਦ ਆਵੇ ਨਾਨਕ ਵਾਰੀ। ਕਿੰਨੀ ਸੱਚਾਈ ਲੈ ਕੇ ਤੁਰੇ। ਆਪਣੇ ਆਪ ਨੂੰ ਸਤਰੀ ਸਮਝ ਲਿਆ, ਪਤਨੀ ਮੰਨ ਲਿਆ ਉਸ ਰੱਬ ਦੀ, ਤੇ ਰੱਬ ਨੂੰ ਪਤੀ ਮੰਨ ਲਿਆ। ਕਿ ਸਾਡੇ ਵਿੱਚ ਇੰਨੀ ਹਿੰਮਤ ਹੈ ਕਿ ਉਹਨੂੰ ਪਤੀ ਮੰਨ ਲਈਏ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸਾਡੇ 'ਚ ਇੰਨੀ ਤਾਕਤ ਹੈ ਕਿ ਉਸ ਰੱਬ ਨੂੰ ਆਪਣਾ ਪਿਤਾ ਜਾਂ ਮਾਤਾ ਮੰਨ ਲਈਏ? ਕਿ ਸਾਡੇ ਵਿੱਚ ਇੰਨੀ ਤਾਕਤ ਹੈ ਉਹਨੂੰ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਇੰਨੀ ਤਾਕਤ ਹੈ ਉਹਨੂੰ ਆਪਣਾ ਰਿਸ਼ਤਾ ਕੋਈ ਦੋਸਤ ਭਰਾ ਮੰਨ ਲਈਏ? ਇੱਥੇ ਤੇ ਅਸੀਂ ਜੀਵਨ 'ਚ ਜਿਹੜੇ ਰਿਸ਼ਤੇ ਨੇ ਅਸੀਂ ਉਹਨਾਂ ਦੀ ਤਹਿਸ ਨਹਿਸ ਕਰ ਚੁੱਕੇ ਹਾਂ, ਤੇ ਉਹ ਰੱਬ ਤੱਕ ਕਿੱਥੇ ਪਹੁੰਚਾਂਗੇ? ਇਸੇ ਕਰਕੇ ਭਾਈ ਕਨ੍ਹਈਆ ਨੂੰ ਨਾ ਉਹ ਦਸਮ ਪਾਤਸ਼ਾਹ ਨੇ ਗੱਲ ਨਾਲ ਲਾ ਲਿਆ ਸੀ। ਕਹਿੰਦਾ ਲੈ, ਕਹਿੰਦਾ ਦਾਤਾ ਮੈਨੂੰ ਕੋਈ ਗੈਰ ਨਹੀਂ ਦਿਖਦਾ, ਉਹ ਮੁਗਲ ਨੇ ਕੌਣ ਤੇ ਸਿੱਖ ਕੌਣ ਨੇ ਮੈਨੂੰ ਨਹੀਂ ਪਤਾ। ਤੇ ਸਾਡੇ ਜੀਵਨ 'ਚ ਅਸੀਂ ਸਿੱਖ ਇੱਕ ਧਰਮ ਪੱਖ ਲੈ ਕੇ ਆਪਣੇ ਆਰ ਪਰਿਵਾਰਾਂ ਨੂੰ ਅਸੀਂ ਵਿਸਾਰ ਚੁੱਕੇ ਹਾਂ, ਰਿਸ਼ਤੇ ਨਾਤਿਆਂ ਨੂੰ ਵਿਸਾਰ ਚੁੱਕੇ ਹਾਂ ਆਪਣੇ ਝੂਠ ਦੇ ਜੀਵਨ ਦੇ ਵਿੱਚ। ਔਰ ਕਿੰਨਾ ਕੁ ਨਰਕ ਦੇਖਣਾ ਚਾਹੁੰਦੇ ਹਾਂ ਜੀਵਨ 'ਚ? ਮਰਨ ਤੋਂ ਬਾਅਦ ਕਿਸੇ ਨੂੰ ਕੀ ਪਤਾ ਕੀ ਹੈ, ਸਵਰਗ ਜਾਂ ਨਰਕ ਅਸੀਂ ਇੱਥੇ ਭੋਗਦੇ ਹਾਂ।
ਸਾਡੇ ਜੀਵਨ ਦਾ ਸਵਰਗ ਜਾਂ ਨਰਕ ਇੱਥੇ ਹੈਗਾ। ਸਵਰਗ ਤੇ ਨਰਕ ਇੱਥੇ ਹੈ। ਉਹ ਰੱਬ, ਉਹ ਮਹਾਂਪੁਰਸ਼ ਕਿਸੇ ਵੀ ਸਰੀਰ ਦੇ ਵਿੱਚ ਆਉਂਦਾ, ਉਹਨੂੰ ਜੀਵਨ ਕਾਲ ਦੇ ਵਿੱਚ ਕੀ ਕੀ ਕਰਨਾ ਪੈਂਦਾ, ਉਹ ਕਿਉਂ ਕਰਦਾ। ਇੱਕ ਸਮੇਂ ਦੇ ਵਿੱਚ ਉਹੀ ਦੇਸ਼ ਦਾ ਸੰਵਿਧਾਨ ਕਿ ਜੇ ਸਿਗਨਲ ਤੇ ਗੱਡੀ ਖੜੀ ਹੋਈ ਹੈ, ਲਾਲ ਬੱਤੀ ਹੋਈ ਤੇ ਗੱਡੀ ਨੂੰ ਖੜੀ ਹੋਣਾ ਪੈਣਾ, ਹਰੀ ਬੱਤੀ ਹੋਏਗੀ ਤੇ ਗੱਡੀ ਤੁਰੇਗੀ। ਤੇ ਜੇ ਉਸ ਲਾਲ ਬੱਤੀ ਨੂੰ ਜੀਵ ਲੰਘ ਜਾਂਦਾ ਹੈ ਤੇ ਉਹਨੂੰ ਸਰਕਾਰ ਵੱਲੋਂ ਸਜ਼ਾ ਮਿਲਦੀ ਹੈ, ਤੇ ਉਹ ਜੋ ਸਜ਼ਾ ਦਿੰਦਾ ਹੈ ਉਹ ਪੁਲਿਸ ਵਾਲਾ ਹੀ ਹੁੰਦਾ। ਉੱਦਾਂ ਦੀ ਗੱਡੀ ਲੈ ਕੇ ਉੱਥੇ ਸੜਕ ਤੇ ਘੁੰਮ ਰਿਹਾ ਹੁੰਦਾ। ਕਰ ਲਓ ਨਾ, ਸਿਗਨਲ ਤੇ ਖੜੇ ਹੋ ਜਾਓ, ਸਟਾਪ ਸਾਈਨ ਮਿਸ ਕਰ ਲਓ, ਤੇ ਉਹ ਪੁਲਿਸ ਵਾਲਾ ਉਹੋ ਜਿਹੀ ਗੱਡੀ ਲੈ ਕੇ ਹੁੰਦਾ ਤੇ ਉਹ ਸਾਨੂੰ ਟਿਕਟ ਦੇ ਦਿੰਦਾ। ਪਰ ਉਸ ਪੁਲਿਸ ਵਾਲੇ ਨੂੰ, ਉਸ ਸਰਕਾਰ ਦੇ ਨੁਮਾਇੰਦੇ ਨੂੰ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ, ਉਹੀ ਉਸ ਲਾਲ ਬੱਤੀ ਨੂੰ ਟੱਪ ਕੇ ਚਲਾ ਜਾਂਦਾ, ਸਾਡੇ ਸਮਕਸ਼ ਜਾਂਦਾ, ਸਾਡੇ ਸਾਹਮਣੇ ਜਾਂਦਾ। ਅਸੀਂ ਰਸਤਾ ਦੇ ਦਿੰਦੇ ਹਾਂ ਜਦੋਂ ਸਾਇਰਨ ਵਜਾਉਂਦੇ ਨੇ। ਉਹਨਾਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਨੂੰ ਸਜ਼ਾ ਨਹੀਂ ਮਿਲਦੀ। ਕਾਰਨ ਉਹ ਕੰਮ ਕਰਦੇ ਨੇ ਕਿਸੇ ਕਾਰਨ ਪਕਸ਼, ਉਹਨਾਂ ਦਾ ਉਸ ਉਲੰਘਣ ਦੇ ਵਾਸਤੇ ਕੋਈ ਕਾਰਨ ਹੁੰਦਾ। ਤੇ ਸਾਡੇ ਵਰਗਾ ਜੀਵ ਕਹੀ ਜਾਵੇ, ਆਹ ਦੇਖੋ ਜੀ ਧੋਖਾ ਹੈਗਾ, ਇਹ ਪੁਲਿਸ ਵਾਲਾ ਵੀ ਲਾਲ ਬੱਤੀ ਲੰਘ ਗਿਆ, ਇਹਨੂੰ ਵੀ ਸਜ਼ਾ ਹੋਣੀ ਚਾਹੀਦੀ, ਇਹਦੇ ਵੀ ਕਰਮ ਬਣਨ। ਸਾਨੂੰ ਸਮਝ ਤੇ ਆਵੇ ਕਿ ਉਹਦਾ ਜਾਣਾ ਉਸ ਜਗ੍ਹਾ ਤੇ ਕੀ ਕਾਰਨ ਹੈਗਾ, ਸਾਨੂੰ ਸਮਝ ਤੇ ਆਵੇ। ਸਾਡੇ ਕੋਲ ਜਿੰਨੀ ਕੁ ਅਕਲ ਹੈਗੀ ਹੈ, ਜੋ ਸਾਨੂੰ ਨਹੀਂ ਆਉਣੀ ਚਾਹੀਦੀ ਭਗਤੀ ਮਾਰਗ ਦੇ ਵਿੱਚ, ਭਗਤੀ ਮਾਰਗ ਦੇ ਵਿੱਚ ਰੱਬ ਪ੍ਰਾਪਤੀ ਦੀ ਗੱਲ ਕੀਤੀ ਜਾਵੇ, ਇਹ ਜੀਵ ਆਤਮਾ ਨੂੰ ਸਰੈਂਡਰ ਕਰ ਦਿੱਤਾ ਜਾਵੇ। ਔਰ ਜਿਸ ਵੀ ਰੱਬ ਨੂੰ ਅਸੀਂ ਧਿਆ ਲਿਆ, ਜਿਸ ਨੂੰ ਆਪਣਾ ਰੱਬ ਮੰਨ ਲਿਆ, ਫਿਰ ਜੀਵ ਤੁਰ ਪੈ। ਔਰ ਉਸ ਦੇ ਤੁਰਨ ਦੇ ਵਿੱਚ ਉਸ ਰੱਬ ਦੀ ਪ੍ਰਾਪਤੀ ਹੋਣੀ ਚਾਹੀਦੀ। ਉਹ ਜੋ ਸਾਡੇ ਕਮੀਆਂ ਨੂੰ ਰੋਕੇ, ਉਹ ਜੋ ਸਾਨੂੰ ਟੋਕੇ, ਸਾਡੀਆਂ ਗਲਤੀਆਂ ਦਾ ਆਭਾਸ ਕਰਾਏ, ਉਹ ਕੋਈ ਸਾਡਾ, ਉਹ ਸਾਨੂੰ ਮਾਰਗ ਦਰਸ਼ਨ ਕਰ ਰਿਹਾ। ਔਰ ਉਹੀ ਮਾਰਗ ਦਰਸ਼ਨ ਧਰਮ ਦੇ ਜਿੰਨੇ ਵੀ ਮਹਾਂਪੁਰਸ਼ ਆਏ, ਉਹਨਾਂ ਨੇ ਉਹੀ ਗੱਲ ਜੋ ਸਮਝਾਉਂਦੇ ਸੀ ਸਰੀਰ ਰੂਪ ਦੇ ਵਿੱਚ, ਜਦੋਂ ਉਹਨੂੰ ਲਿਖਤ ਵਿੱਚ ਦੇ ਦਿੱਤਾ, ਜਿਹਨੂੰ ਅਸੀਂ ਧਰਮ ਗ੍ਰੰਥ ਕਹਿੰਦੇ ਹਾਂ, ਉਹ ਹੈ ਉਹਨਾਂ ਦੇ ਘਰ ਦੀ ਸੱਚਾਈ। ਤੇ ਹੁਣ ਅਸੀਂ ਉਹਨਾਂ ਗੱਲਾਂ ਨੂੰ ਵੀ ਮੈਨੀਪੂਲੇਸ਼ਨ ਕਰਨ ਲੱਗ ਜਾਈਏ, ਉਹ ਗੱਲਾਂ ਦੇ ਬਾਬਤ ਵੀ ਸਾਨੂੰ ਜੋ ਕਿ ਸਮਝਾਉਣ ਵਾਲਾ ਉਹ ਗਲਤ ਤਰੀਕੇ ਨਾਲ ਸਮਝਾਈ ਜਾਵੇ, ਤੇ ਅਸੀਂ ਉਹ ਗੱਲਾਂ ਲੈ ਕੇ ਜੇ ਤੁਰੀਏ, ਤੇ ਸਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਏਗੀ, ਰੱਬ ਦੀ ਪ੍ਰਾਪਤੀ ਨਹੀਂ ਹੋਏਗੀ। ਪਹਿਲਾਂ ਇਹ ਸੱਚਾਈ ਨੂੰ ਸਮਝ ਲਈਏ ਕਿ ਮਨੁੱਖੀ ਜਾਮੇ ਦੀ ਸੱਚਾਈ ਕੀ ਹੈ। ਹਉਮੈ ਜਾਏ ਸ਼ਬਦ ਕਰ ਲਈਏ। ਤੇ ਸਭ ਤੋਂ ਪਹਿਲੀ ਗੱਲ ਹੈ, ਸਾਡਾ ਦੁਸ਼ਮਣ ਜੋ ਹੈਗਾ ਸਭ ਤੋਂ ਵੱਡਾ, ਉਹ ਹੈਗਾ ਹਉਮੈ। ਹਉਮੈ ਦੀਰਘ ਰੋਗ ਹੈ। ਹਉਮੈ ਹੀ ਸਾਨੂੰ ਦੁਨੀਆਦਾਰੀ ਦੇ ਵਿੱਚ ਇੱਕ ਦੂਜੇ ਤੋਂ ਦੂਰ ਕਰਦਾ, ਔਰ ਹਉਮੈ ਹੀ ਹੈ ਜੋ ਸਾਨੂੰ ਉਸ ਰੱਬ ਤੋਂ ਵੀ ਦੂਰੀ ਕਰਦਾ। ਕਾਰਨ ਕਿ ਰੱਬ ਕੌਣ ਹੈ ਸਾਨੂੰ ਪਤਾ ਹੀ ਨਹੀਂ, ਜਾਂ ਅਸੀਂ ਉਹਨੂੰ ਭੇਖ ਬਣਾ ਲਿਆ। ਰੱਬ ਉਹ ਹੈ ਜੋ ਇਹ ਜੀ ਜੰਤ ਸਾਡੇ ਸਮਕਸ਼ ਘੁੰਮ ਰਹੇ ਨੇ। ਰੱਬ ਉਹ ਹੈ ਜੋ ਸਾਡੇ ਇਰਦ ਗਿਰਦ ਜੋ ਪ੍ਰਕਿਰਤੀ ਰੂਪ ਦੇ ਵਿੱਚ ਘੁੰਮ ਰਹੀ ਹੈ। ਕਿ ਇਸ ਪ੍ਰਕਿਰਤੀ ਦੇ ਲਈ ਅਸੀਂ ਪੋਜ਼ੀਟਿਵ ਹਾਂ, ਇਸ ਪ੍ਰਕਿਰਤੀ ਦਾ ਕੋਈ ਫਾਇਦਾ ਕਰ ਪਾ ਰਹੇ ਹਾਂ, ਉਸ ਰੱਬ ਦੀ ਪ੍ਰਾਪਤੀ ਨਹੀਂ ਹੋ ਰਹੀ। ਇਹਨਾਂ ਜੀਆਂ ਜਨਤਾਂ ਦੇ ਨਾਲ ਸਾਡਾ ਜੇ ਪ੍ਰੇਮ ਭਾਵਨਾ, ਸਾਡੀ ਭਗਤੀ ਹੈ, ਪ੍ਰੇਮ ਰਸ ਹੈ, ਚਾਹੇ ਉਹਨੂੰ ਨਿਰਾਕਾਰ ਮੰਨੀਏ ਜਾਂ ਸਾਕਾਰ ਮੰਨੀਏ, ਜਦ ਤੱਕ ਇਹਨਾਂ ਜੀਵਾਂ ਦੇ ਨਾਲ ਜੋ ਮਨੁੱਖ ਸਾਡੇ ਸਮਕਸ਼ ਘੁੰਮ ਰਹੇ ਨੇ, ਇਹਨਾਂ ਦੇ ਵਾਸਤੇ ਵੀ ਸਾਨੂੰ ਉਸ ਨਿਰਾਕਾਰ ਵਾਸਤੇ ਜਾਂ ਸਾਕਾਰ ਵਾਸਤੇ ਸਾਡੀ ਜਿੰਨਾ ਪ੍ਰੇਮ ਭਾਵਨਾ ਭਗਤੀ ਹੈ, ਇਹਨਾਂ ਜੀਵਾਂ ਵਾਸਤੇ ਅਗਰ ਸਾਡੇ ਵਿੱਚ ਨਹੀਂ ਉੱਠਦੀ, ਸਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੋ ਮਰਜ਼ੀ ਕਰ ਲਵੇ ਜੀਵ, ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਔਰ ਇਹ ਵੀ ਗੱਲ ਅਗੇਨ ਝੂਠ ਹੈ, ਪਤਾ ਨਹੀਂ ਅਸੀਂ ਰੱਬ ਨੂੰ ਵਾਕਈ ਪਾਉਣਾ ਚਾਹੁੰਦੇ ਵੀ ਹਾਂ ਕਿ ਨਹੀਂ, ਸਾਡੇ ਵਿੱਚ ਉਹ ਸੱਚਾਈ ਹੈ ਵੀ ਕਿ ਨਹੀਂ। ਫਸੇ ਪਏ ਆ ਨਾ। ਨਿਊਯਾਰਕ ਤੋਂ ਆਏ, ਇੱਥੇ ਸੈਂਟਰ ਖੋਲ੍ਹਿਆ, ਜੀ ਵੀ ਕਨਫਿਊਜ਼ ਹੋ ਗਏ। ਬਾਬਾ ਜੀ ਸਤਸੰਗ ਕਰ ਰਹੇ ਨੇ, ਸਿਰਫ ਨਾਮ ਸੈਂਟਰ ਦਾ ਦੇਣ ਨਾਲ ਕੀ ਇਹਨੂੰ ਡੇਰਾ ਬੋਲ ਦਿੰਦੇ ਤਾਂ ਇੱਥੇ ਸੰਗਤ ਨੇ ਆਉਣਾ ਸੀ, ਤਾਂ ਆਉਣਾ ਸੀ। ਕਿੰਨੀ ਕੁ ਸੇਵਾ ਪੈਂਦੀ ਦੁਨਿਆਵੀ ਤੌਰ 'ਤੇ, ਤਨ ਮਨ ਧਨ ਦੀ ਜਦੋਂ ਗੱਲ ਕਰਦੇ ਹਾਂ, ਧਨ ਦੀ ਸੇਵਾ ਕਿੰਨੀ ਕੁ ਪੈਂਦੀ ਜਿਹਦੇ ਨਾਲ ਮਿਸ਼ਨ ਚੱਲਦੇ।
ਤੇ ਜਿਹੜੇ ਵੀ ਹੋਰ ਮਿਸ਼ਨਾਂ ਨਾਲ ਅਸੀਂ ਜੁੜੇ ਸੀਗੇ, ਉਹਨਾਂ ਨੇ ਘਰੋਂ ਪੈਸੇ ਲੈ ਕੇ ਆਂਦੇ। ਸੰਗਤ ਦੇ ਸਿਰ ਤੇ ਕੁਝ ਬਣੇ ਨਾ, ਚਾਹੇ ਪ੍ਰਾਪਰਟੀਆਂ ਬਣੀਆਂ, ਚਾਹੇ ਡੇਰੇ ਬਣੇ, ਚਾਹੇ ਜੋ ਵੀ ਕੁਝ ਬਣਿਆ, ਉਹ ਪੈਸਾ ਹੀ ਲਿਆ ਸੰਗਤ ਦੇ ਕੋਲੋਂ, ਉਹਦੇ ਸਿਰ ਤੇ ਬਣੇ। ਤੇ ਇੱਥੇ ਅਸੀਂ ਉਹ ਸੇਵਾ ਨਹੀਂ ਪਾਣੀ, ਉਹ ਸੇਵਾ ਪਾਣੀ ਨਹੀਂ। ਫਿਰ ਉਹ ਸੇਵਾ ਨਹੀਂ ਪਾਣੀ ਤੇ ਫਿਰ ਇੱਕ ਮਿਸ਼ਨ ਚਲਾਉਣ ਵਾਸਤੇ ਮੈਡੀਟੇਸ਼ਨ ਸ਼ੁਰੂ ਕੀਤੀ ਕਿ ਇਸ ਮੈਡੀਟੇਸ਼ਨ ਦੇ ਸਿਰ ਤੇ, ਇਸ ਮੈਡੀਟੇਸ਼ਨ ਦੇ ਸਿਰ ਤੇ ਇਸ ਮਿਸ਼ਨ ਦੀ ਇਨਕਮ ਹੋਏਗੀ। ਹੁਣ ਉਹਦੇ ਵਿੱਚ ਵੀ ਜੀਵ ਕਨਫਿਊਜ਼ ਬੈਠੇ। ਤੇ ਇੱਕ ਫਕੀਰ ਕੀ ਕਰੇ ਤੇ ਅਸੀਂ ਕੀ ਕਰਦੇ ਹਾਂ ਜੀਵਨ 'ਚ? ਦੇਖੋ ਅਸੀਂ ਕੀ ਕਰਦੇ ਹਾਂ, ਸ਼ੰਕਾ ਦੇ ਵਿੱਚ ਭਰੇ ਹਾਂ, ਕਨਫਿਊਜ਼ ਹੋ ਕੇ ਭਰੇ ਹਾਂ, ਜਾਂ ਫੋਟੋਆਂ ਦੇ ਚੱਕਰ 'ਚ ਪੈ ਗਏ, ਫਲਾਣੀ ਫੋਟੋ ਲਾ ਦਿਓ, ਫਲਾਣੀ ਫੋਟੋ ਲਾ ਦਿਓ। ਅਰੇ ਫੋਟੋ ਆਪਣੇ ਅੰਦਰ ਪੈਦਾ ਕਰੋ ਨਾ, ਉਹ ਕਿਸੇ ਨੇ ਨਹੀਂ ਸਿਖਾਇਆ। ਸਰੂਪਾਂ ਦੇ ਵਾਸਤੇ ਚੱਕਰ ਪੈ ਗਏ, ਆਪਣਾ ਨਾਮ ਜਪਵਾਉਣ ਵਾਸਤੇ ਚੱਕਰ ਪੈ ਗਏ, ਉਹਨਾਂ ਵਾਸਤੇ ਤੇ ਕਿਹਾ ਝੂਠ ਨਾ ਬੋਲ। ਸੱਚ ਰੱਬ ਇਹ ਨਹੀਂ ਹੈ ਨਾ। ਜਾਂ ਅਡੰਬਰਾਂ 'ਚ ਫਸਾਤਾ, ਇੱਦਾਂ ਕਰ ਲਓ, ਇੱਦਾਂ ਕਰ ਲਓ, ਇਹ ਫਲਾਣਾ ਕੰਮ ਕਰ ਲਓ, ਤੁਹਾਡਾ ਇਹ ਕੰਮ ਹੋ ਜਾਏਗਾ। ਜਾਂ ਭੌ ਪਾਤਾ, ਡਰ ਪਾਤਾ, ਇੱਦਾਂ ਨਹੀਂ ਕਰੋਗੇ ਤੇ ਤੁਹਾਡਾ ਤਹਿਸ ਨਹਿਸ ਹੋਏਗਾ। ਵਿਚਾਰੇ ਡਰ ਨਾਲ ਹੀ ਜੀਵ ਜੰਤ ਤੁਰੇ ਹੋਏ। ਰੱਬ ਦੀ ਸੱਚਾਈ ਇਹ ਨਹੀਂ ਹੈ। ਰੱਬ ਦੀ ਸੱਚਾਈ ਇਹ ਨਹੀਂ ਹੈ। ਉੱਠ ਜਾਗ ਮੁਸਾਫਿਰ ਭੋਰ ਭਈ। ਅੱਜ ਵੀ ਜਿਹੜੇ ਅਸੀਂ ਆਪਣੇ ਕਰਮਾਂ ਤੋਂ ਸੁੱਤੇ ਹੋਏ ਹਾਂ, ਸੁਣਨਾ ਹੀ ਨਹੀਂ ਚਾਹੁੰਦੇ। ਉੱਠ ਜਾਗ ਮੁਸਾਫਿਰ ਭੋਰ ਭਈ, ਅਬ ਰਹਿਣ ਕਹਾਂ ਜੋ ਸੋਵਤ ਹੈ। ਹੁਣ ਰਾਤ, ਉਹ ਜਿਹੜੀ ਅੰਧੇਰੀ ਰਾਤ ਹੈ ਨਾ, ਜਿਹੜਾ ਝੂਠ ਲੈ ਕੇ ਅਸੀਂ ਤੁਰੇ ਹਾਂ ਜੀਵਨ 'ਚ, ਉਹਨੂੰ ਛੱਡ ਦਈਏ। ਜੋ ਜਾਗਤ ਹੈ ਸੋ ਪਾਵਤ ਹੈ, ਜੋ ਸੋਵਤ ਹੈ ਉਹ ਖੋਵਤ ਹੈ। ਅਜੇ ਵੀ ਜੇ ਅਸੀਂ ਕਰਮਾਂ ਤੋਂ ਸੁੱਤੇ ਰਵਾਂਗੇ, ਅਜੇ ਵੀ ਜੇ ਨਹੀਂ ਜਾਗਾਂਗੇ, ਤੇ ਅਸੀਂ ਖੋ ਦਿੱਤਾ ਹੈ ਬਹੁਤ ਕੁਝ, ਅੱਗੇ ਵੀ ਖੋ ਦੇਵਾਂਗੇ। ਤੇ ਅੱਜ ਵੀ ਜੇ ਜਾਗ ਜਾਈਏ, ਅੱਜ ਵੀ ਕੁਝ ਪਾ ਸਕਾਂਗੇ। ਔਰ ਇਹ ਮਨੁੱਖੀ ਜਾਮਾ ਕੋਈ ਛੋਟੀ ਚੀਜ਼ ਨਹੀਂ ਸਾਧ ਸੰਗਤ ਜੀ, ਇਹ ਛੋਟੀ ਤਾਕਤ ਨਹੀਂ। ਇਹੀ ਮਨੁੱਖੀ ਜਾਮਾ ਆਪਣੇ ਆਪ ਦੇ ਵਿੱਚ ਉਹ ਰੱਬ ਹੋ ਸਕਦਾ ਹੈ, ਔਰ ਇਹ ਰੱਬ ਹੋ ਜਾਂਦਾ ਹੈ, ਇਹੀ ਮਨੁੱਖੀ ਜਾਮਾ। ਤੋ ਸੱਚ ਸਮਝੀਏ, ਕਿਸੇ ਵੀ ਧਰਮ ਦੇ ਨਾਲ ਜੁੜੇ ਹਾਂ, ਉਹ ਧਰਮ ਦੇ ਵਿੱਚ ਸੱਚਾਈ ਕੀ ਹੈ ਪਹਿਲਾਂ ਉਹ ਜਾਣੀਏ, ਉਹ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਉਸ ਧਰਮ ਦੇ ਵਿੱਚ ਅਗਰ ਕੋਈ ਧਰਮ ਗ੍ਰੰਥ ਹੈਗਾ, ਉਹ ਧਰਮ ਗ੍ਰੰਥ ਨੂੰ ਪੜ੍ਹੀਏ। ਉਸ ਧਰਮ ਗ੍ਰੰਥ ਦੇ ਵਿੱਚ ਸੱਚਾਈ ਮਿਲ ਸਕਦੀ ਹੈ। ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ, ਹਾਂ ਦੇਖਣਾ ਜ਼ਰੂਰ ਚਾਹੁੰਦੇ ਹਾਂ। ਇੰਟਰਨੈਟ 'ਤੇ ਚਲੇ ਗਏ, ਦੁਨੀਆ ਭਰ ਦਾ ਹੁਣ ਐਕਸੈਸ ਮਿਲਿਆ, ਜੀਵਾਂ ਨੂੰ ਕਮਾਈ ਦੇ ਰਸਤੇ ਮਿਲੇ ਹੈ। ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਕਮਾਈਆਂ ਦੇ ਰਸਤੇ ਨੇ। ਉਹ ਕਮਾਈਆਂ ਦੇ ਰਸਤੇ ਦੇ ਜ਼ਰੀਏ, ਯੂਟਿਊਬ ਦੇ ਰਸਤੇ ਆਪਣੀ ਕਮਾਈਆਂ ਵਧਾ ਲਈਆਂ, ਔਰ ਅਧੂਰੀ ਅਕਲ, ਅਧੂਰੀ ਇਨਫੋਰਮੇਸ਼ਨ ਦੇ ਰਹੇ ਹੈਗੇ ਆ। ਔਰ ਅਸੀਂ ਉਹੀ ਅਧੂਰੀ ਇਨਫੋਰਮੇਸ਼ਨ ਨੂੰ ਲੈ ਕੇ, ਕਾਰਨ ਕਿ ਅਸੀਂ ਅੰਦਰੋਂ ਖਾਲੀ ਹੋ ਗਏ, ਪ੍ਰੈਕਟੀਕਲੀ ਅਸੀਂ ਕੁਛ ਨਹੀਂ ਕਰਨਾ ਚਾਹੁੰਦੇ, ਸਿਮਰਨ 'ਚ ਬਹਿਣਾ ਨਹੀਂ ਚਾਹੁੰਦੇ, ਪਾਠ ਪੂਜਾ ਕਰਨਾ ਨਹੀਂ ਚਾਹੁੰਦੇ, ਲੀਨੀਅੰਸੀ ਕਰ ਲਈ ਤੇ ਸਾਡੇ ਅੰਦਰ ਉਹ ਚੀਜ਼ਾਂ ਮੁੱਕ ਗਈਆਂ। ਤੇ ਆਪਣੀ ਸੰਤਾਨ, ਜੋ ਸਾਡਾ ਭਵਿੱਖ ਹੈ, ਬੱਚੇ ਹੈਗੇ ਨੇ, ਉਹਨਾਂ ਨੂੰ ਵੀ ਅਸੀਂ ਇਹਨਾਂ ਗੱਲਾਂ ਤੋਂ ਦੂਰ ਕਰ ਲਿਆ, ਕਿਉਂਕਿ ਸਾਡਾ ਆਪਣਾ ਹੀ ਇੰਟਰਸਟ ਖਤਮ ਹੋ ਗਿਆ। ਸਾਡੇ ਕੋਲੋਂ ਆਪ ਹੀ ਸਾਡੇ ਫੋਨ ਨਹੀਂ ਛੁੱਟਦੇ, ਸਾਡੇ ਕੋਲੋਂ ਆਪ ਹੀ ਸਾਡਾ ਇੰਟਰਨੈਟ ਨਹੀਂ ਛੁੱਟਦਾ। ਤੇ ਜਦੋਂ ਸਾਡੇ ਕੋਲੋਂ ਨਹੀਂ ਛੁੱਟ ਰਿਹਾ, ਤੇ ਉਹ ਤੇ ਵਿਚਾਰੇ ਇਸੇ ਮਾਹੌਲ ਦੇ ਵਿੱਚ ਨੇ, ਉਹਨਾਂ ਕੋਲੋਂ ਕਿਵੇਂ ਛੁੱਟੇਗਾ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਮਰਨਾ ਪਏਗਾ, ਜੀਵਨ ਦੀ ਆਸ ਛੱਡ ਕੇ। ਭਾਵ ਉਹ ਜਿਹੜਾ ਜੀਵਨ ਅਸੀਂ ਝੂਠਮਈ ਜੀ ਰਹੇ ਹੈਗੇ ਹਾਂ, ਜਿਸ 'ਚ ਅਸੀਂ ਸਕੂਨ 'ਚ ਆ ਗਏ ਹਾਂ, ਉਸ ਨੂੰ ਛੱਡਣ ਨੂੰ, ਉਸ ਜੀਵਨ ਦੇ ਵਿੱਚ ਮਰਨਾ ਪਏਗਾ। ਮਰ ਜਾਈਏ। ਉਹਨੂੰ ਕਿਹਾ ਜਾਂਦਾ ਹੱਠ ਕਰਨਾ, ਉਹਨੂੰ ਕਿਹਾ ਜਾਂਦਾ ਹੱਠ। ਅਸੀਂ ਹੱਠ ਹੀ ਕਿਸੇ ਹੋਰ ਪਾਸੇ ਲੈ ਗਏ। ਆਪਣੇ ਆਪ ਨਾਲ ਲੜਨਾ, ਆਪਣੇ ਆਪ ਨਾਲ ਲੜਨਾ। ਤੇ ਆਪਣੇ ਆਪ ਨਾਲ ਜੀਵ ਜਦੋਂ ਲੜਨ ਲੱਗ ਜਾਂਦਾ, ਤਾਂ ਉਹ ਸੱਚਾਈ ਦੀ ਪ੍ਰਾਪਤੀ ਕਰ ਸਕਦਾ ਹੈ, ਰਾਦਰ ਦੈਨ ਕਿ ਦੁਨੀਆ ਨਾਲ ਲੜਦਾ ਰਹੇ। ਦੁਨੀਆ ਨਾਲ ਲੜ ਕੇ ਕੁਛ ਵੀ ਨਹੀਂ ਹੁੰਦਾ। ਦੁਨੀਆ ਨੂੰ ਕੋਈ ਖੁਸ਼ ਨਹੀਂ ਕਰ ਸਕਦਾ, ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ। ਬਜਾਏ ਉਹਦੇ ਮਨ ਜੀਤੇ ਜਗ ਜੀਤ। ਆਪਣੇ ਮਨ ਨੂੰ ਜਿੱਤ ਜਾਈਏ, ਆਪਣੀਆਂ ਕਮੀਆਂ ਨੂੰ ਜਿੱਤ ਜਾਈਏ। ਤੇ ਜੇ ਵਾਕਈ ਰੱਬ ਨੂੰ ਮੰਨਦੇ ਹਾਂ, ਸਿਮਰਨ ਪਾਠ ਪੂਜਾ ਜੋ ਵੀ ਅਸੀਂ ਕਰਦੇ ਹਾਂ, ਉਹ ਕਰਦੇ ਹੋਏ ਵੀ ਅਗਰ ਸਾਡੇ ਚਿਹਰੇ ਨਰਕ ਹੋਏ ਪਏ ਨੇ, ਸਾਡੇ ਭੀਤਰ ਨਰਕ ਹੋਇਆ ਪਿਆ, ਸਾਡੇ ਅੰਦਰ ਫਿਰ ਵੀ ਸਕੂਨ ਨਹੀਂ, ਸ਼ਾਂਤੀ ਨਹੀਂ, ਫਿਰ ਪਤਾ ਨਹੀਂ ਕਿਹੋ ਜਿਹਾ ਰੱਬ ਅਸੀਂ ਪਾਉਣ ਲੱਗੇ ਹੋਏ ਹਾਂ,
ਕਿਹੋ ਜਿਹੇ ਰੱਬ ਦੀ ਪ੍ਰਾਪਤੀ ਕਰਨੀ ਹੈਗੀ ਹੈ। ਅੰਦਰ ਸ਼ਾਂਤੀ ਲੈ ਕੇ ਆਈਏ, ਅੰਦਰ ਸੱਚਾਈ ਲੈ ਕੇ ਆਈਏ, ਜੀਆ ਜੰਤ ਦੇ ਨਾਲ ਪ੍ਰੇਮ ਭਾਵਨਾ ਭਗਤੀ ਲੈ ਕੇ ਆਈਏ, ਇੱਕ ਦੂਜੇ ਨਾਲ ਪ੍ਰੇਮ ਭਗਤੀ ਲੈ ਕੇ ਆਈਏ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਸਰੀਰਕ ਦੁੱਖ ਲੈ ਕੇ ਬੈਠਾ ਹੈ, ਕੋਈ ਮਾਨਸਿਕ ਦੁੱਖ ਲੈ ਕੇ ਬੈਠਾ ਹੈ। ਪਰ ਇਹਦਾ ਇਲਾਜ ਕੀ ਹੈਗਾ? ਇਹਦਾ ਇਲਾਜ ਹੈਗਾ ਸਰਬ ਰੋਗ ਕਾ ਔਖਦ ਨਾਮ। ਉਹ ਨਾਮ ਸਿਮਰਨ ਜਿਹੜਾ ਹੈਗਾ ਉਹ ਲੈ ਕੇ ਚੱਲੀਏ, ਉਹਦੇ ਨਾਲ ਜੀਵਨ 'ਚ ਜ਼ਰੂਰ ਫਾਇਦਾ ਹੋਏਗਾ। ਜੇ ਨਹੀਂ ਤੇ ਜਿਹੋ ਜਿਹੇ ਕਰਮਾਂ 'ਚ ਅਸੀਂ ਪਏ ਹਾਂ ਕਰੇ ਚੱਲੀਏ। ਫਕੀਰ ਬੁਰਾ ਹੈ, ਉਹਨੂੰ ਫੋਟੋ ਦੇ ਵਿੱਚ ਲਾ ਦਈਏ, ਉਹਨੂੰ ਆਪਣੇ ਕੋਲੋਂ ਦੂਰੀ ਕਰ ਲਈਏ, ਉਹ ਫਿਰ ਸਾਡੇ ਲਈ ਬਹੁਤ ਫਾਇਦਾ ਹੈ। ਉਹ ਵਾਲਾ ਜੀਵਨ ਜੀ ਲਈਏ। ਜਾਂ ਕਿਸੇ ਫਕੀਰ ਨਾਲ ਜੁੜੇ ਹਾਂ, ਉਹ ਜੋ ਗੱਲ ਸਮਝਾ ਰਿਹਾ, ਟੋਟਲ ਪਿਕਚਰ ਦੇਖ ਕੇ ਦੇਖੀਏ, ਕੰਪਲੀਟਨੈਸ ਦੇਖੀਏ। ਪ੍ਰੇਮ ਰਸ ਉਤਪੰਨ ਹੋਵੇ ਤੇ ਪ੍ਰੇਮ ਰਸ ਦੇ ਸਿਰ ਤੇ ਅਸੀਂ ਉਸ ਰੱਬ ਨੂੰ ਪ੍ਰਾਪਤ ਕਰ ਸਕਾਂਗੇ। ਇਸ ਕਰਕੇ ਕਿਹਾ ਗਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ।